रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ। 15 ਮਾਰਚ 2022 ਤੇ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ 8 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਨੇ ਆ ਉਹਨਾਂ ਖਬਰਾਂ ਬਾਰੇ ਜੋ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ। ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ। ਅੱਜ ਗੱਲਬਾਤ ਦਾ ਸਿਲਸਿਲਾ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਇੱਕ ਜਿਹੜਾ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਓਨਟਾਰੀਓ ਦੇ ਬੈਲਵਿਲ ਵਿੱਚ। ਇਸ ਹਾਦਸੇ ਨੇ ਹਰ ਇੱਕ ਦੇ ਦਿਲ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ। ਇਸ ਭਿਆਨਕ ਹਾਦਸੇ ਕਾਰਨ ਹਰ ਇੱਕ ਨੇ ਦਰਦ ਮਹਿਸੂਸ ਕੀਤਾ, ਪਰੰਤੂ ਜਿਹੜਾ ਮੇਨ ਸਟ੍ਰੀਮ ਮੀਡੀਆ ਇਹਦੀਆਂ ਹੈਡਲਾਈਨਸ ਨੇ ਕਈ ਸਵਾਲ ਖੜੇ ਕਰ ਦਿੱਤੇ ਆ। ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਸ ਭਿਆਨਕ ਹਾਦਸੇ ਦੀ ਹੈਡਲਾਈਨ ਇਹ ਬਣੀ ਕਿ ਇਸ ਹਾਦਸੇ ਕਾਰਨ ਇੰਡੀਅਨ ਕਮਿਊਨਿਟੀ ਸੋਗ ਵਿੱਚ ਹੈ। ਕੀ ਗੱਲ ਇਹ ਹਾਦਸਾ ਸਿਰਫ ਭਾਰਤੀਆਂ ਦੇ ਦਿਲਾਂ ਨੂੰ ਬਲੁੰਦਰ ਕੇ ਰੱਖ ਸਕਦਾ? ਕੀ ਗੱਲ ਮੇਨ ਸਟ੍ਰੀਮ ਮੀਡੀਆ ਇਸ ਹਾਦਸੇ ਤੋਂ ਪ੍ਰਭਾਵਿਤ ਨਹੀਂ ਹੋਇਆ? ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ? ਦੇਖੋ, ਇਹ ਐਡੀ ਦਰਦਨਾਕ, ਐਡੀ ਖੌਫ ਵਾਲੀ ਘਟਨਾ ਹੈ। 5 ਨੌਜਵਾਨਾਂ ਦੀ ਮੌਤ ਹੋ ਜਾਣੀ ਜੀ। ਔਰ ਇੱਕ ਚਾਈਨੀਜ਼ ਕਹਾਵਤ ਹੈ, ਉਹ ਕਹਿੰਦੇ ਕਿ 3 ਮੌਤਾਂ ਪਹਾੜੋਂ ਭਾਰੀਆਂ ਹੁੰਦੀਆਂ। ਬਚਪਨ ਦੇ ਵਿੱਚ ਜੇ ਕਿਸੇ ਦਾ ਪਿਓ ਮਰ ਜਾਵੇ, ਤੇ ਜਵਾਨੀ ਵੇਲੇ ਕਿਸੇ ਪਤਨੀ ਦਾ ਪਤੀ ਮਰ ਜਾਵੇ, ਬੁਢਾਪੇ ਵੇਲੇ ਕਿਸੇ ਦਾ ਪੁੱਤ ਮਰ ਜਾਵੇ, ਇਦੋਂ ਵੱਧ ਕਹਿੰਦੇ ਪਹਾੜੋਂ ਭਾਰੀ ਮੌਤ ਨਹੀਂ ਹੁੰਦੀ ਕੋਈ। ਔਰ ਇੱਥੇ ਦੂਸਰੀ ਗੱਲ ਸਾਡੇ ਆ ਜਾਂਦੀ ਕੈਨੇਡਾ ਦੇ ਵਿੱਚ, ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਨੇ ਇਹ ਕਹਿਣਾ ਕਿ ਇਹਦਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਆਏ ਆ, ਔਰ ਉਹਦਾ ਸੋਗ ਸਿਰਫ ਇੰਡੀਅਨ ਕਮਿਊਨਿਟੀ ਨੂੰ ਹੀ ਹੋਇਆ, ਬਾਕੀਆਂ ਨੂੰ ਨਹੀਂ ਹੋਇਆ। ਤੁਹਾਡੀ ਗੱਲ, ਇਹ ਸਵਾਲ ਠੀਕ ਸੀ ਕਿ ਬਾਕੀ ਕੈਨੇਡੀਅਨ ਜਿਹੜੇ ਆ ਉਹਨਾਂ ਨੂੰ ਇਹ ਸੋਗ ਨਹੀਂ ਹੈ ਕਿ 5 ਨੌਜਵਾਨ ਇੱਥੇ ਆਏ ਆ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੇ ਤੁਸੀਂ ਕੀ ਸੋਚਦੇ? ਇੱਕ ਵਾਰੀ 1961 ਦੀ ਸੈਂਸਸ ਵੇਲੇ ਸਾਡੇ ਪ੍ਰਾਈਮ ਮਿਨਿਸਟਰ ਡੀਫਨ ਵੇਕਰ ਹੁੰਦੇ ਸੀ, ਪਹਿਲੇ ਪ੍ਰਾਈਮ ਮਿਨਿਸਟਰ ਸੀ ਜਿਹੜੇ ਨਾਨ ਇੰਗਲਿਸ਼ ਤੇ ਨਾਨ ਫ੍ਰੈਂਚ ਸੀ। ਹਮੇਸ਼ਾ ਕੈਨੇਡਾ ਦੀ ਹਿਸਟਰੀ ਦੇ ਵਿੱਚ ਪਹਿਲਾਂ ਜਾਂ ਫ੍ਰੈਂਚ ਕੈਨੇਡੀਅਨ ਹੁੰਦਾ ਸੀ ਜਾਂ ਇੰਗਲਿਸ਼ ਕੈਨੇਡੀਅਨ ਹੁੰਦਾ ਸੀ। ਉਹ ਜਰਮਨ ਕੈਨੇਡੀਅਨ ਸੀ। ਜਰਮਨ ਕੈਨੇਡੀਅਨਸ ਦੇ ਨਾਲ, ਕਿਉਂਕਿ ਦੂਸਰੇ ਪਾਸੇ ਸੀ ਵਰਲਡ ਵਾਰ 1 ਦੇ ਵਿੱਚ, ਵਰਲਡ ਵਾਰ 2 ਦੇ ਵਿੱਚ ਇਹਨਾਂ ਦੇ ਨਾਲ ਵੀ ਵਿਤਕਰਾ ਹੋਇਆ। ਸੋ ਉਹਨਾਂ ਨੇ ਇੱਕ ਸੈਂਸਸ ਆਪਰੇਸ਼ਨਸ ਨੂੰ ਕਿਹਾ ਕਿ ਤੁਸੀਂ ਹਮੇਸ਼ਾ ਲਿਖਦੇ ਰਹਿੰਦੇ ਇਟਾਲੀਅਨ ਕੈਨੇਡੀਅਨ, ਸਵੀਡਿਸ਼ ਕੈਨੇਡੀਅਨ, ਆਇਰਿਸ਼ ਕੈਨੇਡੀਅਨ, ਇੰਗਲਿਸ਼ ਕੈਨੇਡੀਅਨ। ਉਹ ਕਹਿੰਦਾ ਕੈਨੇਡੀਅਨ ਤਾਂ ਕੈਨੇਡੀਅਨ ਹੀ ਹੋਣਾ ਚਾਹੀਦਾ। ਜੀ ਬਿਲਕੁਲ। ਅਨਹਾਈਫਨੇਟਡ ਕੈਨੇਡੀਅਨ, ਉਹਨਾਂ ਨੇ ਆਇਡੈਂਟੀ ਦੀ ਗੱਲ ਕੀਤੀ। ਕਹਿੰਦੇ ਇਹ ਲਿਖੋ ਵੀ ਇਹ ਕੈਨੇਡੀਅਨ ਕਿੰਨੇ ਆ ਇੱਥੇ, ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਆਇਰਿਸ਼ ਕੈਨੇਡੀਅਨ ਕਿੰਨੇ ਆ, ਇੰਡੋ ਕੈਨੇਡੀਅਨ ਕਿੰਨੇ ਆ, ਚਾਈਨੀਜ਼ ਕੈਨੇਡੀਅਨ ਕਿੰਨੇ ਆ। ਉਹਨਾਂ ਦੀ ਫਿਰ ਆਪੋਜੀਸ਼ਨ ਕੀਤੀ ਕਿਊਬੈਕ ਦੇ ਵਿੱਚ ਫ੍ਰੈਂਚ ਕੈਨੇਡੀਅਨਸ ਨੇ ਕਿ ਸਾਡੀ ਵੱਖਰੀ ਕੌਮ ਨੂੰ ਖਤਮ ਕਰਨ ਜਾ ਰਿਹਾ। ਇਹ ਹਰ ਇੱਕ ਦੇਸ਼ ਦੇ ਵਿੱਚ, ਹਰ ਇੱਕ ਜਗ੍ਹਾ ਦੇ ਵਿੱਚ ਵੱਖਰੀ ਕੌਮ ਦਾ ਇੱਕ ਨਵਾਂ ਸਵਾਲ ਨਹੀਂ ਹੈ, ਪੁਰਾਣਾ ਹੀ ਹੈ। ਉਹਨਾਂ ਲੋਕਾਂ ਨੇ ਉਭਾਰਨਾ ਹੁੰਦਾ ਜਿਨ੍ਹਾਂ ਨੇ ਆਪ ਕੁਝ ਖੱਟਣਾ ਹੁੰਦਾ ਮੋਹਰੇ। ਅਸੀਂ ਵੱਖਰੇ ਆ, ਇਸ ਕਰਕੇ ਸਾਨੂੰ ਸੀਟਾਂ ਵੱਖਰੀਆਂ ਦਿਓ ਤਾਂ ਕਿ ਅਸੀਂ ਸਾਂਭੀਏ, ਸਾਡਾ ਪਰਿਵਾਰ ਸਾਂਭੇ, ਅਸੀਂ ਪੈਸੇ ਵੱਖਰੇ ਲਈਏ। ਉਹਨਾਂ ਦੀ ਕੋਈ ਇਨਸਾਨੀਅਤ ਤੇ ਗੱਲ ਨਹੀਂ ਕਰਦੇ ਹੁੰਦੇ। ਸੋ ਇਹ ਦੂਸਰਾ ਗੱਲ, ਤੁਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਹ ਦੇਖੋਗੇ, ਇੱਥੇ ਜੇ ਤਾਂ ਕੋਈ ਚੰਗੀ ਗੱਲ ਕਰਦਾ ਹੈ ਉਹ ਤਾਂ ਕੈਨੇਡੀਅਨ ਹੁੰਦਾ। ਹੁਣ UBC ਦੇ ਵਿੱਚ ਕੋਈ ਜਗਦੀਸ਼ ਸ਼ਰਮਾ ਆ ਜਾਵੇ ਇੰਡੀਆ ਤੋਂ, ਇੱਕ ਵਧੀਆ ਪ੍ਰੋਫੈਸਰ ਹੋਵੇ, ਉਹਨੂੰ ਕੋਈ ਅੰਤਰਰਾਸ਼ਟਰੀ ਅਵਾਰਡ ਮਿਲ ਜਾਂਦਾ 3 ਮਹੀਨਿਆਂ 'ਚ। ਇਹ ਹੀ ਮੇਨ ਸਟ੍ਰੀਮ ਮੀਡੀਆ ਉਹਨੂੰ ਲਿਖੂਗਾ ਕੈਨੇਡੀਅਨ ਵਿਨਸ ਐਨ ਅਵਾਰਡ। ਉਹ 3 ਮਹੀਨਿਆਂ 'ਚ ਹੀ ਕੈਨੇਡੀਅਨ ਬਣ ਜਾਂਦਾ। ਜੇ ਕੋਈ ਉਹੀ ਜਗਦੀਸ਼ ਸ਼ਰਮਾ ਕੋਈ ਇੱਥੇ ਫੜਿਆ ਜਾਵੇ ਡਰੱਗ ਡੀਲ ਦੇ ਵਿੱਚ, ਗਲਤ ਕੰਮ ਕਰਦਾ ਫੜਿਆ ਗਿਆ, ਕੋਈ ਫਰਾਡ ਕਰਦਾ, 30 ਸਾਲ ਹੋ ਗਏ ਹੁਣ ਉਹਨੂੰ ਇੱਥੇ ਰਹਿੰਦੇ ਨੂੰ, ਉਹਨੂੰ ਫਿਰ ਕਹਿਣਗੇ ਇੰਡੀਅਨ, ਕਿ ਇੰਡੀਅਨ ਫੜਿਆ ਗਿਆ ਇੱਕ ਬੰਦਾ।
ਜੀ। ਇਹ ਹਮੇਸ਼ਾ ਇਹਦੀ ਇੱਕ ਗਲੋਬਲ ਮੇਲ ਨੇ ਬੜਾ ਵਧੀਆ ਕਾਰਟੂਨ ਉਸ ਵੇਲੇ ਛਾਪਿਆ ਸੀ। 1988 ਦੀ ਗੱਲ ਹੈ। 올림픽ਸ ਹੋਈਆਂ ਉਹਨਾਂ ਦਿਨਾਂ ਦੇ ਵਿੱਚ ਸਾਊਥ ਕੋਰੀਆ ਤੇ ਜਾਪਾਨ ਨੇ ਦੋਹਾਂ ਮੁਲਕਾਂ ਨੇ ਇਕੱਠਿਆਂ ਨੇ ਸਮਰ 올림픽ਸ ਕਰਵਾਈਆਂ ਸੀ। ਔਰ 올림픽ਸ ਦੇ ਵਿੱਚ ਹਮੇਸ਼ਾ ਹੀ ਹੁਣ ਸਭ ਤੋਂ ਵਧੀਆ ਜਿਹੜਾ ਇਵੈਂਟ ਹੁੰਦਾ, ਜਿਹੜਾ ਟੌਪ ਦਾ ਸਾਰੀ ਦੁਨੀਆ ਦੇਖਦੀ ਹੈ, ਉਹ 100 ਮੀਟਰ ਦਾ ਹੁੰਦਾ। ਜਿਹੜੀ 100 ਮੀਟਰ ਦੀ ਰੇਸ ਆ ਉਹਨੂੰ ਮਤਲਬ ਇੱਕ ਹੀਰਾ ਸਮਝਿਆ ਜਾਂਦਾ। ਜਿਹੜਾ ਉਹ ਜਿੱਤ ਜਾਂਦਾ ਉਹਦੀ ਚਰਚਾ ਹੁੰਦੀ ਹੈ। ਦੂਸਰੇ ਸਵਿਮਿੰਗ ਚੋਂ ਕਿਹੜਾ ਜਿੱਤਿਆ, ਦੂਸਰਿਆਂ ਚੋਂ ਕਿਹੜਾ ਜਿੱਤਿਆ, ਹਾਕੀ ਚੋਂ ਕਿਹੜਾ ਜਿੱਤਿਆ, ਇਹ ਤਾਂ ਥੋੜੇ ਜਿਹੇ ਮੁਲਕਾਂ ਵਾਲੇ ਗੱਲਾਂ ਕਰਦੇ ਹੁੰਦੇ ਜਿਹੜੇ ਜਿੱਤੇ ਵਾਲੇ ਆ। ਬਾਕੀ ਲੋਕੀ ਸਾਰੇ ਦੁਨੀਆ ਦੇ, ਸਾਰੇ ਸੰਸਾਰ ਦੇ ਇਹੋ ਗੱਲ ਕਰਦੇ ਕਿ 100 ਮੀਟਰ ਕਿਹਨੇ ਜਿੱਤੀ ਆ। ਉਸ 100 ਮੀਟਰ ਦੇ ਵਿੱਚ ਬੈਨ ਜੌਨਸਨ ਕੈਨੇਡੀਅਨ ਸੀ ਇੱਥੇ, ਉਹ ਜਿੱਤਿਆ। ਉਹਨੇ ਨਵਾਂ ਰਿਕਾਰਡ ਪੈਦਾ ਕੀਤਾ 9.79 ਦਾ। ਮਤਲਬ ਇੰਨਾ ਤੇਜ਼ ਦੌੜਦਾ ਸੀ ਜਾਂ ਘੋੜਾ ਨਹੀਂ ਦੌੜ ਸਕਦਾ 100 ਮੀਟਰ। ਚਲੋ ਘੋੜਾ ਜੇ 1 ਕਿਲੋਮੀਟਰ ਤੇ ਜਾਣਾ ਤਾਂ ਘੋੜਾ ਲੰਘ ਜੂਗਾ ਮੋਰੇ, ਪਰ 100 ਮੀਟਰ ਚੋਂ ਹਰਾ ਸਕਦਾ ਸੀ। ਹੁਣ ਉਹ ਤੇ ਚਾਰਜ ਲੱਗ ਗਿਆ ਉਸ ਤੋਂ ਬਾਅਦ ਸਟੈਰੋਇਡ ਯੂਜ਼ ਕਰਨ ਦੇ। ਸਟੈਰੋਇਡ ਵੀ ਉਹੀ ਬੰਦਾ ਖਾਂਦਾ ਜਿਹਨੇ ਪਹਿਲਾਂ ਜਿਹੜਾ ਤਕੜਾ ਹੋਵੇ। ਮੈਨੂੰ ਸਟੈਰੋਇਡ ਖਿਲਾ ਲਓ, ਮੈਂ ਤਾਂ ਫੇਰ ਵੀ ਅੱਧੇ ਘੰਟੇ 'ਚ ਪਹੁੰਚਣਾ ਉੱਥੇ। ਹੁਣ ਪਹਿਲਾਂ ਜਦੋਂ ਕੈਨੇਡੀਅਨ ਬੰਦਾ ਬੈਨ ਜੌਨਸਨ ਜਿੱਤਿਆ, ਉਹ 3 ਕੈਪਸ਼ਨ ਆ ਉਸ ਕਾਰਟੂਨ ਦੇ। ਉਹਨਾਂ ਨੇ ਰਿਐਲਿਟੀ ਸ਼ੋਅ ਕੀਤੀ। ਉਹਦੇ ਵਿੱਚ ਬ੍ਰਾਇਨ ਮਰੂਨ ਨੇ, ਪ੍ਰਾਈਮ ਮਿਨਿਸਟਰ ਨੇ ਸਾਡੇ ਨੇ ਫੋਨ ਕੀਤਾ ਕਿ ਕੈਨੇਡੀਅਨ ਬੰਦੇ ਨੂੰ ਮੈਂ ਕੰਗ੍ਰੈਚੁਲੇਟ ਕਰਾਂ, ਵਧਾਈਆਂ ਦੇਵਾਂ। ਉਹ ਪਹਿਲਾ ਕੈਪਸ਼ਨ ਜਿਹੜਾ ਹੈ ਕਾਰਟੂਨ ਦਾ, ਉਹਦੇ ਵਿੱਚ ਲਿਖਦਾ ਹੈ ਅ ਕੈਨੇਡੀਅਨ ਵਿਨਸ ਅ ਗੋਲਡ ਮੈਡਲ। ਕੈਨੇਡੀਅਨ ਬੰਦਾ ਉਹ, ਕਿਉਂਕਿ ਇਹ ਚੰਗੀ ਗੱਲ ਹੈ ਨਾ, ਇੱਕ ਕੈਨੇਡੀਅਨ ਬੰਦੇ ਨੇ ਉੱਥੇ ਜਾ ਕੇ ਗੋਲਡ ਮੈਡਲ ਜਿੱਤਿਆ। ਉਹ ਜੰਮਪੜ ਵੀ ਕੈਨੇਡਾ ਦਾ ਜਾਂ ਜਮੈਕਨ ਪੇਰੈਂਟਸ ਸੀ ਉਹਦੇ, ਪਰ ਜੰਮਿਆ ਪੜਿਆ ਉਹ ਟੋਰਾਂਟੋ ਦਾ ਸੀ। ਦੂਸਰਾ ਕੈਪਸ਼ਨ ਆ ਜਦੋਂ ਉਹਨੂੰ ਉਹਦੇ ਉੱਤੇ ਚਾਰਜ ਲੱਗ ਗਿਆ ਕਿ ਸਟੈਰੋਇਡ ਯੂਜ਼ ਕੀਤੇ ਆ ਇਹਨੇ। ਫਿਰ ਸੈਕੰਡ ਕੈਪਸ਼ਨ ਦੇ ਵਿੱਚ ਲਿਖਦਾ ਜਮੈਕਨ ਕੈਨੇਡੀਅਨ ਅਕਿਊਜ਼ਡ ਆਫ ਸਟੈਰੋਇਡ ਯੂਜ਼। ਫਿਰ ਉਹ ਜਮੈਕਨ ਕੈਨੇਡੀਅਨ ਬਣ ਗਿਆ ਜੀ। ਤੀਸਰੇ ਤੇ ਉਹਨੂੰ ਫਿਰ ਉਹ ਤੋਂ 골ਡ ਮੈਡਲ ਖੋਹ ਲਿਆ ਉਹਨਾਂ ਨੇ, ਕਿਉਂਕਿ ਉਹ ਤੇ ਚਾਰजेस ਪ੍ਰੂਵ ਹੋ ਗਏ। ਤੀਸਰੇ ਕੈਪਸ਼ਨ ਤੇ ਲਿਖਿਆ ਆ ਜਮੈਕਨ ਸਟ੍ਰਿਪਡ ਆਫ 골ਡ ਮੈਡਲ। ਸ਼ੁਰੂ ਕਿੱਥੋਂ ਹੋਇਆ? ਸ਼ੁਰੂ ਕੈਨੇਡਾ ਤੋਂ ਹੋਇਆ ਸੀ, ਤਾਂ ਅਖੀਰ 'ਚ ਉਹ ਜਦੋਂ ਬਿਲਕੁਲ ਹੀ ਉਹਦਾ ਜਾਂਦਾ ਲੱਗਾ 골ਡ ਮੈਡਲ, ਉਸ ਵੇਲੇ ਉਹ ਪੂਰਾ ਜਮੈਕਨ ਬਣ ਗਿਆ। ਇਹ ਕੋਈ ਨਵੀਂ ਗੱਲ ਨਹੀਂ। ਇਹ ਖਾਸ ਤੌਰ ਤੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਅਸ ਵਰਸਸ ਦੈਮ ਦੀ ਇਹ ਮੈਂਟੈਲਿਟੀ ਹੈ ਕਿ ਅਸੀਂ ਕੈਨੇਡੀਅਨ ਬਹੁਤ ਦੁੱਧ ਧੋਤੇ ਆ, ਔਰ ਖਾਸ ਤੌਰ ਤੇ ਜਿਹੜੇ ਯੂਰਪ ਤੋਂ ਆਏ ਆ ਉਹੀ ਕੈਨੇਡੀਅਨ ਹੈ, ਦੂਸਰੇ ਕੈਨੇਡੀਅਨ ਨਹੀਂ ਇੱਥੇ। ਜੀ ਬਿਲਕੁਲ, ਜਿਵੇਂ ਹੁਣ ਇਸ ਹਾਦਸੇ ਦੇ ਵਿੱਚ ਵੀ ਇਹਨਾਂ ਨੇ ਡਿਵਾਈਡ ਕਰਕੇ ਰੱਖ ਦਿੱਤਾ। ਇਹ ਇਹਨਾਂ ਦੀ ਮੈਂਟੈਲਿਟੀ ਰਹੀ ਹੈ ਪਹਿਲੇ ਦਿਨ ਤੋਂ ਹੀ। ਮੈਂ ਇੱਕ ਵਾਰੀ ਕਿਸੇ ਜਰਨਲਿਜ਼ਮ ਦੇ ਪ੍ਰੋਫੈਸਰ ਨਾਲ ਗੱਲ ਕਰਦਾ ਸੀ। ਮੈਂ ਕਿਹਾ ਤੁਸੀਂ ਬਹੁਤ ਗੱਲਾਂ ਕਰਦੇ ਆ, ਇਹ ਆਈਸੋਲੇਟਡ ਜਿਹੜੇ ਸਾਡੇ ਬੱਚੇ ਆ, ਚੰਗੇ ਵੀ ਹੈਗੇ ਆ, ਉਹਨਾਂ ਦੀ ਵੀ ਕੋਈ ਖਬਰ ਦੇ ਦਿਆ ਕਰੋ। ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਕਿ ਅਸੀਂ ਤਾਂ ਉਹੀ, ਇਹ ਤਾਂ ਮੀਡੀਆ ਤਾਂ ਉਹੀ ਖਬਰਾਂ ਦਿੰਦਾ ਜਿਹੜੀ ਕਦੇ ਨਾ ਹੋਈ ਹੋਵੇ, ਜਿੱਦਾਂ ਡਰੱਗ ਡੀਲਿੰਗ ਹੋਈ ਆ, ਕੋਈ ਗੈਂਗ ਨੇ ਕਿਸੇ ਨੂੰ ਮਾਰ ਦਿੱਤਾ ਆ। ਜੇ ਤੁਸੀਂ ਦੇਖੋਗੇ ਦੋਹਾਂ ਧਿਰਾਂ ਦੀਆਂ, ਤੁਸੀਂ ਮੇਨ ਸਟ੍ਰੀਮ ਕਮਿਊਨਿਟੀ ਦੀਆਂ ਦੇਖ ਲਓ ਤਾਂ ਦੂਸਰੀ ਕਮਿਊਨਿਟੀਆਂ ਦੇਖ ਲਓ, ਹਮੇਸ਼ਾ ਕਈ ਸਟੱਡੀਜ਼ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਗੈਰ ਗੋਰੇ ਜਿਹੜੇ ਆ ਅਮਰੀਕਾ ਦੇ ਵਿੱਚ, ਉਹਨਾਂ ਦੀ ਜਿਹੜੀ ਖਬਰ ਆਉਂਦੀ ਆ ਉਹ ਤਾਂ ਦਿੱਤੀ ਜਾਂਦੀ ਆ ਕਿ ਕਿਸੇ ਨੇ ਮਾਰ ਦਿੱਤਾ ਕਿਸੇ ਨੂੰ, ਕਿਸੇ ਨੇ ਡਰੱਗ ਡੀਲਿੰਗ ਕਰ ਲਈ, ਕਿਸੇ ਨੇ ਆਹ ਕਰ ਦਿੱਤਾ। ਜਿਹੜੀ ਜ਼ਿਆਦਾ ਜਿਹੜੀਆਂ ਖਬਰਾਂ ਆਉਂਦੀਆਂ ਉਹਨਾਂ ਦੀਆਂ ਇਹ ਆਉਂਦੀਆਂ, ਤਾਂ ਜਿਹੜੀਆਂ ਜ਼ਿਆਦਾ ਖਬਰਾਂ ਦੂਸਰਿਆਂ ਦੀਆਂ ਆਉਂਦੀਆਂ ਆ ਉਹਨਾਂ ਦੀਆਂ ਆਉਂਦੀਆਂ ਅਚੀਵਮੈਂਟ ਦੀਆਂ, ਕਿ ਇਹਨਾਂ ਨੇ ਆਹ ਅਚੀਵਮੈਂਟ ਲਈ ਕਰ ਲਈ, ਇਹਨਾਂ ਨੇ ਆਹ ਅਚੀਵਮੈਂਟ ਕਰ ਲਈ, ਇਹਨੇ ਆਹ ਸਕਾਲਰਸ਼ਿਪ ਲੈ ਲਈ ਆ, ਇਹਨੇ ਆਹ ਕਾਰਡ ਕੱਢ ਦਿੱਤੀ ਆ। ਇਹਦੇ ਵਿੱਚ ਦੋਹਾਂ ਦੇ ਵਿੱਚ ਇੱਕ ਫਰਕ ਹੈਗਾ ਕਿ ਕਿਸ ਤਰੀਕੇ ਨਾਲ ਪੋਰਟਰੇ ਕਰਦੇ ਆ ਉਹ, ਸਾਨੂੰ ਕਿਸ ਤਰੀਕੇ ਨਾਲ ਪੋਰਟਰੇ ਕਰਦੇ ਔਰ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਪੋਰਟਰੇ ਕਰਦੇ।
ਜੀ ਇਹ ਵੀ ਇੱਕ ਤਰ੍ਹਾਂ ਦੇ ਨਾਲ ਫਿਰ ਡਿਸਕ੍ਰਿਮੀਨੇਸ਼ਨ ਹੀ ਹੋ ਜਾਂਦੀ ਹੈ ਨਾ, ਜਦੋਂ ਉਹ ਡਿਵਾਈਡ ਕਰ ਦਿੰਦੇ ਨੇ ਹਰ ਇੱਕ ਚੀਜ਼ ਦੇ ਵਿੱਚ। ਜੇ ਕੋਈ ਚੰਗਾ ਕੰਮ ਕੀਤਾ ਤਾਂ ਅਸੀਂ ਕੀਤਾ ਆ, ਜੇ ਕੋਈ ਮੰਦਾ ਕੰਮ ਕੀਤਾ ਤਾਂ ਦੂਸਰੀਆਂ ਕਮਿਊਨਿਟੀਜ਼ ਨੇ ਕੀਤਾ। ਐਗਜ਼ੈਕਟਲੀ ਆਹ ਹੀ ਕੁਛ ਹੈ ਇਹਦੇ ਵਿੱਚ ਵੀ ਇੰਡੀਅਨ ਕਮਿਊਨਿਟੀ ਨੂੰ ਇਹਦਾ ਦਰਦ ਹੋਇਆ, ਸਾਨੂੰ ਕੋਈ ਨਹੀਂ ਹੋਇਆ। ਇਹ ਤਾਂ ਬਹੁਤ ਜ਼ਿਆਦਾ ਇਸ ਹੈਡਲਾਈਨ ਨੇ ਤਾਂ ਨਾ ਇੰਨੇ ਜ਼ਿਆਦਾ ਦਿਮਾਗ 'ਚ ਸਵਾਲ ਲੈ ਕੇ ਆਉਂਦੇ ਕਿ ਇੰਨਾ ਦਰਦਨਾਕ ਹਾਦਸਾ ਹੋ ਗਿਆ, ਨੌਜਵਾਨ ਬੱਚੇ ਇਸ ਹਾਦਸੇ ਦੇ ਵਿੱਚ ਚਲੇ ਗਏ ਆ ਤੇ ਫਿਰ ਵੀ ਕਿਹਾ ਜਾ ਰਿਹਾ ਕਿ ਇੰਡੀਅਨ ਕਮਿਊਨਿਟੀ ਦੇ ਵਿੱਚ ਸੋਗ ਆ। ਡਾਕਟਰ ਸਾਹਿਬ ਅਗਲੀ ਖਬਰ ਵੱਲ ਰੁਖ ਕਰਦੇ ਆ। BC ਵਿੱਚ ਮਾਸਕ ਮੈਂਡੇਟ ਹਟਾ ਦਿੱਤਾ ਗਿਆ। ਕਾਫੀ ਸਾਰੇ ਲੋਕ ਖੁਸ਼ ਨੇ ਇਸ ਤੋਂ, ਪਰੰਤੂ ਸਕੂਲ ਜਾਂਦੇ ਬੱਚਿਆਂ ਦੇ ਪੈਰੈਂਟਸ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਤਾ ਪਾਈ ਜਾ ਰਹੀ ਆ। ਉਹ ਬਿਲਕੁਲ ਵੀ ਖੁਸ਼ ਨਹੀਂ ਹੈਗੇ। ਹੁਣ ਜਿਹੜੇ ਬੱਚੇ ਆ ਸਾਡੇ ਉਹ ਵਨਰੇਬਲ ਆ। ਇੱਕ ਤਾਂ ਕਈਆਂ ਸਕੂਲ ਬੋਰਡ ਨੇ ਜਿਨ੍ਹਾਂ ਦੇ ਵਿੱਚ ਸਰੀ ਸਕੂਲ ਬੋਰਡ ਆ। ਸਰੀ ਦੇ ਮੇਅਰ ਡਗ ਮਕੈਲਮ ਦੀ ਟੀਮ ਜਿਹੜੀ ਆ ਉਹ ਸਰੀ ਦਾ ਸਕੂਲ ਬੋਰਡ ਵੀ ਕੰਟਰੋਲ ਕਰਦੀ। ਇਹਨਾਂ ਦੀ ਇੰਨੀ ਹਿੰਮਤ ਨਹੀਂ ਪਈ ਕਿ ਜਦੋਂ ਜੇ ਕੋਈ ਤੁਸੀਂ ਰੈਸਟੋਰੈਂਟ 'ਚ ਜਾ ਕੇ ਬੈਠਦੇ ਸੀ ਤਾਂ ਉਹ ਪੁੱਛਦੇ ਸੀ ਵੈਕਸੀਨੇਸ਼ਨ ਦਾ ਕਾਰਡ ਦਿਖਾਓ ਸਾਨੂੰ। ਹਾਂਜੀ, ਤੁਸੀਂ ਕਾਫੀ ਦਾ ਕੱਪ ਪੀਣਾ ਸੀ। ਤਾਂ ਜੇ ਤੁਸੀਂ ਸਕੂਲਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਵੈਕਸੀਨੇਸ਼ਨ ਦਾ ਦਿਖਾਉਣ ਦੀ ਕੋਈ ਲੋੜ ਨਹੀਂ ਸੀ। ਟੀਚਰ ਸੀ ਜਾਂ ਸਟਾਫ ਵਾਲੇ ਬੰਦੇ ਸੀ ਉਹ ਉਦਾਂ ਹੀ ਜਾ ਸਕਦੇ ਸੀ। ਫਿਰ ਇੱਥੇ ਤੁਸੀਂ ਦੇਖੋ ਆਪਣੇ ਡੈਲਟਾ ਵਾਲਿਆਂ ਨੇ ਕਰ ਦਿੱਤਾ। ਹੁਣ ਡੈਲਟਾ ਵਾਲੇ ਸਟੂਡੈਂਟ ਜਿਹੜੇ ਉਹ ਵੀ ਤਾਂ ਉਦਾਂ ਦੇ ਬੱਚੇ ਆ ਜਿੱਦਾਂ ਦੇ ਸਰੀ ਦੇ ਵਿੱਚ। ਸਰੀ ਵਾਲਿਆਂ ਦੇ ਪੁੱਛਣ ਲੱਗੀਆਂ। ਸਰੀ ਵਾਲੇ ਸਕੂਲ ਬੋਰਡ ਦੇ ਕੋਲ ਹਿੰਮਤ ਹੀ ਨਹੀਂ ਸੀ। ਇਹ ਸਾਰੀਆਂ ਜਿਹੜੀਆਂ ਡਿਸੀਜਨਸ ਬਣਾਉਂਦੇ ਆ, ਮਾਸਕ ਲਾਉਣਾ ਆ ਦੇਖ ਲਿਓ 8 ਅਪ੍ਰੈਲ ਨੂੰ ਇਹਨਾਂ ਨੇ ਵੈਕਸੀਨੇਸ਼ਨ ਦੀ ਉਹ ਜਿਹੜਾ ਸਰਟੀਫਿਕੇਟ ਉਹ ਵੀ ਖਤਮ ਕਰ ਦਿੱਤਾ। ਇਹ ਦੇ ਆਰ ਪੋਲੀਟੀਕਲ ਡਿਸੀਜਨਸ। ਜੇ ਕੋਈ ਵੀ ਸਿਹਤ ਵਿਗਿਆਨੀਆਂ ਨੂੰ ਪੁੱਛਿਆ ਜਾਵੇ, ਜਿਹੜੀ ਡਾਕਟਰ ਹੈਨਰੀ ਆ ਉਹ ਪੋਲੀਟੀਕਲ ਡਿਸੀਜਨਸ ਉਹਨਾਂ ਦੀਆਂ ਲੈਂਦੀ ਹੈ, ਤਾਂ ਹੀ ਉਹਨੂੰ ਰੱਖਿਆ ਹੈ। ਜੀ ਉਹਨਾਂ ਨੇ ਕਿਹਾ ਬੱਚੇ ਤਾਂ ਲੋ ਰਿਸਕ ਤੇ ਨੇ। ਉਹ ਲੋ ਰਿਸਕ ਤੇ ਕਹਿਣਾ ਹੀ ਆ ਕਿਉਂਕਿ ਟੀਚਰਸ ਯੂਨੀਅਨ ਸਪੋਰਟਸ ਸਟਾਫ ਯੂਨੀਅਨ ਜਿਹੜੀ ਆ ਉਹਨਾਂ ਤੋਂ ਡਰਦੇ ਆ। ਇਹ ਸਿਰਫ ਤੇ ਸਿਰਫ ਸਿਆਸੀ ਡਿਸੀਜਨ ਹੈ। ਇਹ ਕੋਈ ਸਿਹਤ ਦੇ ਨਾਲ ਕੋਈ ਸੰਬੰਧ ਨਹੀਂ ਇਹਦਾ। ਬੱਚਿਆਂ ਦੇ ਜੇ ਪੇਰੈਂਟਸ ਇਸ ਸੰਬੰਧੀ ਚਿੰਤਤ ਨੇ ਉਹਨਾਂ ਦੀ ਚਿੰਤਾ ਤੁਸੀਂ ਸਮਝ ਸਕਦੇ ਆ। ਜੀ ਤੁਸੀਂ ਚਾਹੁੰਦੇ ਆ ਕਿ ਸਾਡਾ ਬੱਚਾ ਜਾਵੇ ਸਕੂਲੇ, ਉਹ ਸੇਫ ਆਵੇ ਘਰ। ਹੁਣ ਉੱਥੋਂ ਜਾਂਦਾ ਆ ਅਕਸਰ ਜਿਹੜੇ ਪਹਿਲਾਂ ਇਹਨਾਂ ਨੇ ਕੀ ਕੀਤਾ ਹੁੰਦਾ, ਹੁਣ ਬਹੁਤੇ ਪੇਰੈਂਟਸ ਲਈ ਜਿਹੜੇ ਸਕੂਲ ਬਣੇ ਆ ਉਹ ਬੇਬੀ ਸਿਟਿੰਗ ਲਈ ਆ ਸਮਝਦੇ। ਉਹ ਇਹ ਨਹੀਂ ਸਮਝਦੇ ਕਿ ਬੱਚਾ ਕੁਝ ਸਿੱਖ ਕੇ ਆਉਂਦਾ। ਉਹ ਇਹ ਸੋਚਦਾ ਵੀ ਅਸੀਂ 2 ਜਣੇ 12-12 ਘੰਟੇ ਕੰਮ ਤੇ ਲਾਉਂਦੇ ਆ, ਫਿਰ ਫਜ਼ੂਲ ਦਾ ਖਰਚਾ ਕਰਨਾ। ਅਸੀਂ ਤਾਂ ਇਹਨਾਂ ਦੇ ਵਿਆਹ ਕਰਨ ਲਈ ਪੈਸੇ ਜੋੜਦੇ ਆ। ਉਹਨਾਂ ਨੂੰ ਬਿਮਾਰ ਜੇ ਬੱਚਾ ਹੁੰਦਾ ਆ, ਬਿਮਾਰ ਬੱਚੇ ਨੂੰ ਭੇਜ ਦਿੰਦੇ ਆ। ਜਿਨ੍ਹਾਂ ਨੂੰ ਬੱਚਿਆਂ ਨੂੰ ਫਲੂ ਹੋਇਆ ਹੁੰਦਾ ਉਹ ਫਿਰ ਦੂਸਰਿਆਂ ਬੱਚਿਆਂ ਨੂੰ ਕਰ ਦਿੰਦੇ। ਉੱਥੇ ਅਕਸਰ ਕਹਿੰਦੇ ਹੁੰਦੇ ਟੀਚਰਸ ਵੀ ਦੂਸਰੇ ਵੀ ਕਿ ਤੁਸੀਂ ਜਿਹੜਾ ਬਿਮਾਰ ਬੱਚਾ ਉਹਨੂੰ ਨਾ ਭੇਜੋ। ਹੁਣ ਪੇਰੈਂਟਸ ਦੀ ਮਜਬੂਰੀ ਆ ਕਿ ਦੋਵਾਂ ਜਾਣਿਆਂ ਨੇ ਘਰੋਂ ਨਿਕਲਣਾ। ਉਹ ਸਮਝਦੇ ਸਕੂਲ ਵਾਲਿਆਂ ਦਾ ਕੰਮ ਹੈ ਇਹ ਸਾਂਭਣਾ। ਇਹ ਨਵੀਂ ਸਾਈਕੋਲੋਜੀ ਆ ਕਿ ਪੇਰੈਂਟਸ ਇਹ ਸਮਝਣ ਆਸੋ ਵੀ ਸਾਡੇ ਬੱਚੇ ਜਿਹੜੇ ਆ ਬੇਬੀ ਸਿਟਿੰਗ ਲਈ ਜਾ ਰਹੇ। ਹੁਣ ਇਹ ਪੈਂਡੈਮਿਕ ਦੇ ਦੌਰਾਨ ਇਹ ਜ਼ਿਆਦਾ ਖਤਰਾ ਆ। ਇਸ ਕਰਕੇ ਪੇਰੈਂਟਸ ਦੀ ਜਿਹੜੀ ਸ਼ੰਕਾ ਆ ਜਾਂ ਉਹਨਾਂ ਦੀ ਚਿੰਤਾ ਆ ਉਹ ਸਮਝ ਸਕਦੇ ਆ। ਪਰ ਇਹ ਸਾਰੇ ਫੈਸਲੇ ਜਿਹੜੇ ਆ ਹੋ ਰਹੇ ਆ ਉਹ ਸਿਆਸੀ ਰਾਜਨੀਤਿਕ ਆ। ਇਹਨਾਂ ਦਾ ਸਿਹਤ ਵਿਗਿਆਨ ਦੇ ਨਾਲ ਕੋਈ ਸੰਬੰਧ ਨਹੀਂ। ਜੀ ਤਾਂ ਇਹ ਬਹੁਤ ਜ਼ਿਆਦਾ ਇਸ ਗੱਲ ਨੇ ਵੀ ਕਿੰਨੇ ਸਵਾਲ ਖੜੇ ਕਰ ਦਿੱਤੇ ਹੈਗੇ ਆ ਕਿ ਹਰ ਇੱਕ ਜਗ੍ਹਾ 'ਚ ਪੋਲਿਟਿਕਸ ਐਂਟਰ ਹੋ ਚੁੱਕੀ ਆ, ਹਰ ਇੱਕ ਚੀਜ਼ 'ਚ। ਜੀ ਤੇ ਹੁਣ ਰੁਕ ਕਰਦੇ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈਗਾ ਜਿਹੜੇ ਪੋਸਟ ਸੈਕੰਡਰੀ ਸਟੂਡੈਂਟਸ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਸਟ੍ਰੇਸ਼ਨ ਪਾਈ ਜਾ ਰਹੀ ਆ। ਟਿਊਸ਼ਨ ਫੀਸ ਜਿਹੜੀ ਹੈਗੀ ਉਹ ਵੱਧਦੀ ਜਾ ਰਹੀ ਆ, ਸਟੂਡੈਂਟ ਡੈਟ ਲੈ ਰਹੇ ਹੈਗੇ ਆ ਉਹ, ਤੇ ਹੁਣ ਉਹ ਇਹ ਸੋਚਣ ਤੇ ਮਜਬੂਰ ਹੋ ਚੁੱਕੇ ਆ ਕਿ ਸਟੂਡੈਂਟ ਡੈਟ ਲੈ ਕੇ ਪੜ੍ਹਾਈ ਕਰਨਾ ਵਰਥ ਇਟ ਹੈ ਕਿ ਨਹੀਂ ਹੈ। ਦੇਖੋ, ਜਦੋਂ ਸਰਕਾਰ ਤੇ ਫੈਡਰਲ ਗਵਰਨਮੈਂਟ ਤੇ ਘਾਟਾ ਪਿਆ $354 ਬਿਲੀਅਨ ਦਾ, ਜੇ ਤੁਸੀਂ ਕਿਸੇ ਨੂੰ ਗੱਲ ਦੱਸਦੇ ਉਹ ਸੁਣਦਾ ਨਹੀਂ। ਉਹ ਅਗਲਾ ਕਹਿੰਦਾ ਚੱਲ ਮੈਨੂੰ ਮਿਲੀ ਜਾਂਦੇ, ਮੈਨੂੰ ਕੀ ਪਰਵਾਹ।
ਮੈਨੂੰ 2000 ਮਿਲਣਾ ਚਾਹੀਦਾ, ਬਸ ਮੇਰੇ ਵੱਲੋਂ 354 ਦੀ ਬਜਾਏ 454 ਹੋ ਜਾਵੇ। ਫਿਰ ਉਹ ਫੈਡਰਲ ਸਰਕਾਰ ਵਾਲੇ ਜਾਂ ਪ੍ਰੋਵਿੰਸ਼ੀਅਲ ਸਰਕਾਰ ਵਾਲੇ ਫਿਰ ਉਹ ਸਰਵਿਸਿਜ਼ ਜਿਹੜੀਆਂ ਸਾਨੂੰ ਦਿੰਦੇ ਆ ਉਹ ਕੱਟ ਕਰਦੇ ਆ। ਜੋ ਪਿਛਲੀ ਵਾਰੀ ਇਹਨਾਂ ਨੇ 42 ਬਿਲੀਅਨ ਨਹੀਂ ਸੀ ਸਿਰਫ ਕੈਨੇਡਾ ਦੇ ਵਿੱਚ, $42 ਬਿਲੀਅਨ ਦਾ ਡੈਫਿਸਿਟ ਸੀ, ਜਿਹਨੂੰ ਘਾਟੇ ਦਾ ਬਜਟ ਕਹਿੰਦੇ ਆ। ਪੌਲ ਮਾਰਟਨ ਨੇ ਕੀ ਕੀਤਾ, ਉਹਨਾਂ ਨੇ ਟਰਾਂਸਫਰ ਜਿਹੜੀਆਂ ਕਰਦੇ ਸੀ ਪ੍ਰੋਵਿੰਸਸ ਨੂੰ ਫੈਡਰਲ ਗਵਰਨਮੈਂਟ ਵਾਲੇ, ਉਹ ਘਟਾਉਣੀਆਂ ਸ਼ੁਰੂ ਕਰਤੀਆਂ। ਸੋ 1990 ਦੇ ਵਿੱਚ ਹਸਪਤਾਲ ਬੰਦ ਹੋਣੇ ਸ਼ੁਰੂ ਹੋਏ, ਕਈ ਵਾਰਡ ਬੰਦ ਹੋਣੇ ਸ਼ੁਰੂ ਹੋਏ। ਜਿਹੜੀਆਂ ਸਾਨੂੰ ਸਿਹਤ ਵਿਗਿਆਨੀਆਂ ਦੀਆਂ ਸਿਹਤ ਸੇਵਾਵਾਂ ਮਿਲਦੀਆਂ ਸੀ ਉਹ ਘੱਟ ਹੋ ਗਈਆਂ। ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਿਆ। ਪਹਿਲਾਂ NDP ਨੇ ਪਾਇਆ, ਉਸ ਤੋਂ ਬਾਅਦ BC ਲਿਬਰਲਸ ਨੇ ਆ ਕੇ ਬੇੜਾ ਹੀ ਬੱਗਰ ਕਰਤਾ। ਕ੍ਰਿਸਟੀ ਕਲਾਰਕ, ਜਿਹਨੇ ਕਦੇ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਡਿਗਰੀ ਨਹੀਂ ਹੈ, ਕੋਈ ਕੋਰਸ ਨਹੀਂ ਉਹਨੇ ਪਾਸ ਕੀਤਾ ਹੈ, ਉਹਨੂੰ ਐਜੂਕੇਸ਼ਨ ਮਿਨਿਸਟਰ ਬਣਾਤਾ। ਸਾਡੇ ਹੁੰਦਾ ਸੀ ਮਾਸਟਰ ਗੁਰਬੰਤਾ ਸਿੰਘ ਕਹਿੰਦੇ ਹੁੰਦੇ ਸੀ, ਪਤਾ ਨਹੀਂ ਉਹ ਮਾਸਟਰ ਕਿਉਂ ਕਹਿੰਦੇ ਸੀ, ਉਹਨੂੰ ਪਤਾ ਹੀ ਨਹੀਂ ਸੀ ਵੀ ਕਾਲਜ ਵੀ ਐਜੂਕੇਸ਼ਨ ਹੀ ਹੁੰਦੀ ਹੈ। ਇੱਕ ਕ੍ਰਿਸਟੀ ਕਲਾਰਕ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ, ਜਿਹਨੇ ਕਿਹਾ ਕਿ ਟੀਚਰਸ ਫੈਡਰੇਸ਼ਨ ਦੇ ਕੋਲ ਕੋਈ ਹੱਕ ਨਹੀਂ ਕਿ ਉਹ ਕਲਾਸ ਸਾਈਜ਼ ਤੇ ਵੀ ਗੱਲ ਕਰਨ ਸਾਡੇ ਨਾਲ। ਉਹ ਮੁਕੱਦਮਾ ਅੰਤ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਿਆ ਦਹਾਕਿਆਂ ਤੋਂ ਬਾਅਦ, ਔਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਅਕਲ ਵਾਲੀ ਗੱਲ ਤਾਂ ਹੈ ਨਹੀਂ ਕ੍ਰਿਸਟੀ ਕਲਾਰਕ ਦੀ। ਸੋਚੋ ਕਿ ਜੇ ਟੀਚਰਸ ਨੂੰ ਨਹੀਂ ਹੱਕ ਕਲਾਸ ਸਾਈਜ਼ ਬਾਰੇ ਗੱਲ ਕਰਨ ਦਾ, ਹੋਰ ਕਿਹਨੂੰ ਹੋ ਸਕਦਾ? ਜੀ ਬਿਲਕੁਲ। ਤੂੰ ਨਹੀਂ ਪੜ੍ਹੀ, ਤੂੰ ਜੇ ਕੋਈ ਡਿਗਰੀ ਨਹੀਂ ਕੀਤੀ, ਚੱਲ ਤੇਰਾ ਸੂਤ ਆ ਗਿਆ, ਤੂੰ ਪ੍ਰੀਮੀਅਰ ਬਣ ਗਈ ਹੈ, ਇਹਦਾ ਮਤਲਬ ਇਹ ਨਹੀਂ ਹੈ। ਐਜੂਕੇਸ਼ਨ ਮਿਨਿਸਟਰ ਸੀ ਉਸ ਵੇਲੇ ਕ੍ਰਿਸਟੀ ਕਲਾਰਕ, ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹੀ ਸਿਰਫ ਪਤਾ ਹੋਣਾ ਹੈ ਕਿ ਕਲਾਸ ਸਾਈਜ਼ ਕੀ ਹੁੰਦਾ ਹੈ। ਇਹ ਸਾਰੀਆਂ ਗੱਲਾਂ ਤਾਂ ਘਾਟੇ ਦੇ ਬਜਟ ਕਰਕੇ ਹੋਈਆਂ ਸੀ। ਹੁਣ ਸਾਡੇ ਪੇਰੈਂਟਸ ਨੂੰ ਕਿਉਂ ਨਹੀਂ ਸੱਦਦੇ? ਪਹਿਲਾਂ ਜਦੋਂ ਇੱਥੇ ਆਉਂਦੇ ਸੀ, ਜਦੋਂ ਬੰਦੇ ਆ ਕੇ ਪੇਰੈਂਟਸ ਦੀ ਐਪਲੀਕੇਸ਼ਨ ਕਰਦੇ ਸੀ, ਕੋਈ ਲੋਟਰੀ ਸਿਸਟਮ ਨਹੀਂ ਸੀ, ਕੋਈ ਕੁਛ ਨਹੀਂ ਸੀ, ਮੁਫਤ ਹੁੰਦੀ ਸੀ ਉਦੋਂ। ਕੋਈ ਜਿੰਨੇ ਵੀ ਪੇਰੈਂਟਸ ਸੱਦਣੇ ਸੀ, ਜਿੰਨੇ ਗ੍ਰੈਂਡ ਪੇਰੈਂਟਸ ਸੱਦਣੇ ਸੀ, ਉਹ ਆਉਂਦੇ ਸੀ ਇੱਥੇ। ਪਰ ਘਾਟੇ ਦੇ ਬਜਟ ਦਾ ਕਰਕੇ ਇਹਨਾਂ ਨੇ ਪ੍ਰੋਵਿੰਸ ਨੇ ਉਹਨਾਂ ਤੇ ਫੈਡਰਲ ਸਰਕਾਰ ਤੇ ਪ੍ਰੈਸ਼ਰ ਪਾਇਆ ਕਿ ਪੇਰੈਂਟਸ ਨੂੰ ਸੱਦਣਾ ਬੰਦ ਕਰੋ। ਹੁਣ ਸਮਝ ਆਉਂਦੀ ਹੋਣੀ ਆ ਘਾਟੇ ਦਾ ਬਜਟ। ਤੁਸੀਂ ਦੇਖੋ 42 ਬਿਲੀਅਨ ਨੇ ਆਹ ਕੰਮ ਕਰਾਤਾ ਇਹਨਾਂ ਤੋਂ ਜੀ, ਤੇ ਹੁਣ 354 ਬਿਲੀਅਨ ਨੇ ਕੀ ਕਰਾਉਣੇ ਆ, ਇਹ ਹਾਲੇ ਸੋਚੀ ਜਾਇਓ। ਇਹਦਾ ਅਸਰ ਤੁਹਾਡੇ ਤੇ ਹੀ ਪੈਣਾ ਹੈ। ਕਿਹੜੀਆਂ ਸੇਵਾਵਾਂ ਖਤਮ ਹੋਣੀਆਂ ਤੁਸੀਂ ਦੇਖੀ ਜਾਇਓ। ਹੁਣ ਸਟੂਡੈਂਟਸ ਦੀ ਗੱਲ ਕਰਦੇ ਹਾਂ। ਸਟੂਡੈਂਟ ਪਹਿਲਾਂ ਹੁੰਦੇ ਸੀ ਇਹ ਹੈਗਾ ਆ ਸੂਬੇ ਦੀ ਸਰਕਾਰ ਨੂੰ ਦਿੱਤਾ ਆ ਅਧਿਕਾਰ ਖੇਤਰ, ਪਰ ਫੈਡਰਲ ਸਰਕਾਰ ਕੁਝ ਪੈਸੇ ਦਿੰਦੀ ਆ, ਪੋਸਟ ਸੈਕੰਡਰੀ ਐਜੂਕੇਸ਼ਨ ਲਈ ਦਿੰਦੀ ਆ, ਰਿਸਰਚ ਲਈ ਦਿੰਦੀ ਆ, ਸੋਸ਼ਲ ਟਰਾਂਸਫਰਸ ਵੈਸੇ ਕਰਦੇ ਆ ਉਹ। ਕਿ ਤੁਸੀਂ ਪ੍ਰੋਵਿੰਸਸ ਕੀ ਕਰਦੀਆਂ ਆ, ਇਹਨਾਂ ਨੇ ਹੋਰ ਮੁੱਦੇ ਚੱਕੇ ਆ ਕਿ ਇੱਥੇ ਬ੍ਰਿਜ ਬਣਾਤਾ, ਕਿਉਂਕਿ ਬ੍ਰਿਜ ਬਣਾਉਣ ਤੇ ਪੈਸੇ ਤਾਂ ਬਚਣੇ ਇਹਨਾਂ ਦੀ। ਜੇ ਕੋਈ ਹਾਈਵੇ ਬਣਾਉਣਗੇ ਉਹ ਚੋਂ ਹੀ ਖਾਣਗੇ, ਸਕੂਲਾਂ ਚੋਂ ਪੜ੍ਹਾਈ ਚੋਂ ਕਿੰਨੇ ਖਾ ਲੈਣਗੇ। ਹਾਂ, ਸਕੂਲ ਨਵਾਂ ਬਣਾਉਣ ਤੇ ਖਾ ਸਕਦੇ ਆ, ਫਿਰ ਤਾਂ ਪੈਸੇ ਹੈ ਨਾ ਕਿ ਕੋਈ ਕੰਮ ਕਰਨ ਦੀ ਲੋੜ ਹੈ। ਇੱਕ ਜ਼ਮਾਨਾ ਹੁੰਦਾ ਸੀ ਕੋਈ ਸਟੂਡੈਂਟਸ 15%, ਮੈਂ ਜਦੋਂ ਗਿਆ ਸਕੂਲੇ, ਉਸ ਤੋਂ ਬਾਅਦ ਯੂਨੀਵਰਸਿਟੀ ਗਏ ਅਸੀਂ ਕੋਈ 15% ਦਿੰਦੇ ਸੀ ਜਿਹੜੀਆਂ ਯੂਨੀਵਰਸਿਟੀ ਦੀਆਂ ਕਾਸਟ ਆਉਂਦੀ ਆ। ਤੁਸੀਂ ਜਾਣਦੇ ਆ ਸਟੂਡੈਂਟਸ ਜਿਹੜੇ ਯੂਨੀਵਰਸਿਟੀ ਜਾਂਦੇ ਆ, ਕਾਲਜ ਜਾਂਦੇ ਆ, ਇਹਨੂੰ ਹੈਵਲੀ ਸਬਸਿਡਾਈਜ਼ਡ ਆ। ਇਹ ਪਹਿਲਾਂ ਹੁੰਦਾ ਸੀ ਜ਼ਿਆਦਾ, ਹੁਣ ਤਾਂ ਸਬਸਿਡਾਈਜ਼ ਜ਼ਿਆਦਾ ਨਹੀਂ ਹੈ। ਪਹਿਲਾਂ ਸਟੂਡੈਂਟਸ ਨੂੰ ਅਸੀਂ 100 ਚੋਂ ਸਮਝ ਲਓ $15 ਦਿੰਦੇ ਸੀ, $85 BC ਦੀ ਸਰਕਾਰ ਦਿੰਦੀ ਸੀ ਜੀ। ਇਹਨੂੰ ਕਹਿੰਦੇ ਸਬਸਿਡੀ, ਇਹਨੂੰ ਕਹਿੰਦੇ ਵੀ ਪੋਸਟ ਸੈਕੰਡਰੀ ਸਕੂਲ ਪਬਲਿਕ ਬਣਾਇਆ ਇੱਥੇ। ਹਾਂਜੀ। ਹੁਣ ਪਿਛਲੇ ਕੁਝ ਸਮਿਆਂ ਦੇ ਵਿੱਚੋਂ $42 ਬਿਲੀਅਨ ਦੇ ਡੈਫਿਸਿਟ ਤੋਂ ਸ਼ੁਰੂ ਕਰਦੇ ਆ। ਹੁਣ ਤਾਂ ਹੀ ਇਹਨਾਂ ਨੇ ਆਟੋਨਮੀ ਦੇਤੀ ਪ੍ਰੈਜ਼ੀਡੈਂਟਸ ਨੂੰ, ਯੂਨੀਵਰਸਿਟੀ ਦੇ ਨੂੰ, ਤੁਸੀਂ ਜਿੰਨੀ ਮਰਜ਼ੀ ਫੀਸ ਵਧਾਉਣੀ ਵਧਾ ਲਓ।
ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਸੀ ਸਾਡੇ ਨਾਲ ਪੜ੍ਹਦੇ, ਜਿੰਨੀ ਫੀਸ ਅਸੀਂ ਦਿੰਦੇ ਸੀ ਉਨੀ ਫੀਸ ਉਹ ਦਿੰਦੇ ਸੀ, ਇਕੁਅਲ ਸੀ। ਇਕੁਅਲ। ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਨੱਠ ਕੇ ਪੈਂਦੇ ਇਸ ਕਰਕੇ ਕਿ ਇਹ ਸੋਨੇ ਦੀ ਚਿੜੀਆ ਆ, ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ, ਆਈ ਥਿੰਕ 3 ਗੁਣਾ ਜ਼ਿਆਦਾ ਫੀਸ ਦੇਣੀ ਪੈਂਦੀ ਹੈ। 3 ਗੁਣਾ ਜ਼ਿਆਦਾ ਫੀਸ ਦੇਣੀ ਪੈਂਦੀ ਉਹਨਾਂ ਨੂੰ। ਉਹਨਾਂ ਤੋਂ ਫਾਇਦਾ ਹੁੰਦਾ। ਜਿੰਨੇ ਆਪਰੇਟਿੰਗ ਬਜਟਸ ਆ ਅੱਜ ਕੱਲ, UBC ਵਾਲਿਆਂ ਤੇ ਇੱਕ ਸਟੱਡੀ ਕਰਾਈ ਹੈ, ਪੀਅਰ ਰਿਵਿਊਡ ਸਟੱਡੀ ਹੈ, ਇਹ ਕੋਈ ਦੂਜੀ ਨਹੀਂ ਸਟੱਡੀ, ਤੇ ਐਕੈਡੈਮਿਕ ਜਰਨਲ ਨੇ ਛਾਪੀ ਹੈ। ਜਿਹੜਾ ਇੱਥੇ UBC ਦਾ ਕੈਂਪਸ ਵੈਨਕੂਵਰ ਦੇ ਵਿੱਚ ਆ, ਕੈਨੇਡੀਅਨ ਸਟੂਡੈਂਟ ਨੂੰ ਐਡਮਿਸ਼ਨ ਦੇਣਗੇ, ਇਹ ਕਹਿਣਗੇ ਕਿ ਤੂੰ ਓਕਨਾਗਨ ਚਲ ਜਾ, ਉੱਥੇ ਵੀ ਇਹਨਾਂ ਦਾ ਕੈਂਪਸ ਹੈ ਨਾ। ਹਾਂਜੀ ਹਾਂਜੀ ਹਾਂਜੀ। ਉਸੇ ਹੀ ਮਾਰਕ ਵਾਲਾ ਬੰਦਾ ਜਿਹੜਾ ਚਾਈਨਾ ਤੋਂ ਆਇਆ ਹੋ, ਉਹਨੂੰ ਦੇ ਦੇਣਗੇ ਐਡਮਿਸ਼ਨ, ਕਿਉਂਕਿ ਉਹਨੇ ਬੰਦੇ ਨੇ 3 ਗੁਣਾ ਜ਼ਿਆਦਾ ਪੈਸੇ ਦੇਣੇ ਆ। ਸੋ ਇਹਨਾਂ ਲਈ ਪੈਸੇ ਜ਼ਿਆਦਾ ਇੰਪੋਰਟੈਂਟ ਆ। ਇਹਨਾਂ ਲਈ ਕੋਈ ਸਟੂਡੈਂਟ, ਕੈਨੇਡੀਅਨ ਸਟੂਡੈਂਟਸ ਨੂੰ, ਸਾਡੇ ਇੱਥੇ KPU ਨੂੰ ਇੱਥੇ ਬਣਾਇਆ ਸੀ ਕਿ ਲੋਕਲ ਜਿਹੜੇ ਸਟੂਡੈਂਟਸ ਨੂੰ ਸਰਵ ਕਰੇ। ਹੁਣ ਇਹਨਾਂ ਦੇ ਦਰਵਾਜ਼ੇ ਬੰਦ ਹੋ ਜਾਣੇ ਆ ਜੇ ਇੰਡੀਆ ਦੇ ਸਟੂਡੈਂਟ ਆਉਣੋਂ ਹਟ ਜਾਣ ਇੱਥੇ, ਜਾਂ ਇੱਥੇ ਜ਼ਿਆਦਾਤਰ ਜਿਹੜੇ ਹੈਗੇ ਇੰਟਰਨੈਸ਼ਨਲ ਸਟੂਡੈਂਟਸ ਹੀ ਆ। ਮੈਂ ਦੇਖਦਾ ਕਿ ਕਈਆਂ ਕਲਾਸਿਸ ਦੇ ਵਿੱਚ ਤਾਂ 100% ਹੀ ਇੰਡੀਆ ਤੋਂ ਆਏ ਹੁੰਦੇ ਆ। ਇੱਥੇ ਲੋਕਲ ਸਟੂਡੈਂਟਸ ਕਿੱਥੇ ਗਏ? ਉਹ ਇੱਕ ਤਾਂ ਉਹਨਾਂ ਦੀ ਫੀਸ ਉਹਨਾਂ ਦੀ ਵੀ ਵਧੀਆ, ਇੰਟਰਨੈਸ਼ਨਲ ਸਟੂਡੈਂਟ ਦੀ ਨਹੀਂ ਇਕੱਲੀ ਵਧੀ। ਜੇ ਅਸੀਂ 15% ਦਿੰਦੇ ਸੀ, ਸਰਕਾਰ 85% ਦਿੰਦੀ ਸੀ। ਹੁਣ ਸਟੂਡੈਂਟ 80% ਦਿੰਦੇ, ਸਰਕਾਰ 20% ਦਿੰਦੀ ਹੈ। ਉਲਟਾ ਹੀ ਹੋ ਗਿਆ। ਹੁਣ ਉਹ ਬੰਦੇ ਬੈਠੇ ਆ ਜਿਹੜੇ ਕਦੇ ਯੂਨੀਵਰਸਿਟੀ ਦਾ ਮੂੰਹ ਨਹੀਂ ਦੇਖਿਆ, ਜਿਨ੍ਹਾਂ ਨੇ ਕੈਨੇਡਾ ਦੇ ਵਿੱਚ, ਉਹ ਫੈਸਲਾ ਕਰਨ ਵਾਲੇ ਬਿਠਾਲੇ ਆ ਉੱਥੇ। ਤੇ ਜਿਹੜੇ ਲੋਕੀ ਸੁਣਦੇ ਹੋਣੇ ਆ, ਜਿਹੜੇ ਚਾਹੁੰਦੇ ਸਾਡੇ ਬੱਚੇ ਪੜ੍ਹਨ, ਉਹਨਾਂ ਨੇ ਹੀ ਵੋਟਾਂ ਪਾ ਕੇ ਭੇਜੇ ਆ ਇਹ। ਅੱਛਾ, ਹੁਣ ਇੱਕ ਸਟੂਡੈਂਟ ਜਿਹੜਾ ਆ 4 ਸਾਲ ਦੀ ਡਿਗਰੀ ਕਰਦਾ ਆ, ਉਹਨੂੰ ਕਹਿ ਦਿੰਦੇ ਚੱਲ ਠੀਕ ਹੈ ਜੀ ਤੁਸੀਂ ਸਟੂਡੈਂਟ ਲੋਨ ਲੈ ਲਓ। ਸਟੂਡੈਂਟ ਲੋਨ ਫਿਰ ਲਾਉਣਾ ਵੀ ਪੈਂਦਾ ਹੈ ਨਾ। ਪਹਿਲਾਂ 6 ਮਹੀਨੇ ਤਾਂ ਫੈਡਰਲ ਗਵਰਨਮੈਂਟ ਕਹਿੰਦੀ ਚਲੋ ਇੰਟਰਸਟ ਨਹੀਂ ਦੇਣਾ, ਉਸ ਤੋਂ ਬਾਅਦ ਇੰਟਰਸਟ ਪੈਣ ਲੱਗ ਪੈਂਦਾ। ਹੁਣ ਇੱਕ ਨਵੇਂ ਸਟੂਡੈਂਟ ਨੂੰ ਇੱਥੇ ਇਹ ਵੀ ਗੱਲ ਹੈ ਨਾ, ਉਹ ਕਹਿੰਦੇ ਅਸੀਂ ਤਾਂ ਨਹੀਂ ਤੈਨੂੰ ਰੱਖਣਾ ਕਿ ਤੇਰੇ ਤੋਂ ਤਜਰਬਾ ਨਹੀਂ। ਜਿਹੜਾ ਬੰਦਾ ਹਾਲੇ ਪੜ੍ਹ ਕੇ ਆ, ਉਹ ਤੋਂ ਕੀ ਤਜਰਬਾ ਹੋਣਾ ਦੱਸੋ ਜੀ। ਇਹ ਵੱਡੀ ਗੱਲ ਹੈ। ਜਿਹੜਾ ਸਟੂਡੈਂਟ ਜਦੋਂ ਵੀ ਡਿਗਰੀ ਲੈ ਕੇ ਆ ਜਾਂਦਾ, ਉਹ ਕੰਮ ਲਈ ਅਪਲਾਈ ਕਰਦਾ, ਉਹਨੂੰ ਕਹਿੰਦੇ ਤੂੰ ਪਹਿਲਾਂ ਕੰਮ ਨਹੀਂ ਕੀਤਾ ਹੈ। ਉਹ ਕਹਿੰਦਾ ਵੀ 4 ਸਾਲ ਤਾਂ ਮੈਂ ਪੜ੍ਹਦਾ ਰਿਹਾ, ਦੱਸੋ ਮੈਂ ਕੰਮ ਕਿੱਥੇ ਕਰਨਾ ਸੀ। ਕਹਿੰਦੇ ਸਾਡੀ ਤਾਂ ਪ੍ਰੋਬਲਮ ਨਹੀਂ। ਵੈਸੇ ਕਿਹੋ ਜਿਹਾ ਸਵਾਲ ਆ ਕਿ ਪੜ੍ਹਾਈ ਕਰਕੇ ਕੋਈ ਬੰਦਾ ਜਾਂਦਾ। ਤੁਸੀਂ ਇਹ ਇਮੇਜਿਨ ਕਰੋ, ਹਰ ਚੀਜ਼ ਤੇ ਪਹਿਲਾਂ ਪ੍ਰੈਸੀਡੈਂਟ, ਜਿਹੜਾ ਇੰਗਲਿਸ਼ ਕਾਮਨ ਲਾਅ ਦੇ ਵਿੱਚ ਵੀ ਪ੍ਰੈਸੀਡੈਂਟ ਦੇਖਦੇ ਆ। ਤੁਸੀਂ ਇੱਕ ਲੋਨ ਲੈਣ ਜਾਓ ਨਾ, ਤੁਹਾਨੂੰ ਪੁੱਛਦੇ ਤੁਸੀਂ ਪਹਿਲਾਂ ਲੋਨ ਲਿਆ? ਜੇ ਪਹਿਲਾਂ ਲੋਨ ਲਿਆ ਤਾਂ ਦੇਵਾਂਗੇ, ਨਹੀਂ ਤਾਂ ਨਹੀਂ ਦੇਣਾ ਅਸੀਂ। ਮਤਲਬ ਪਹਿਲਾਂ ਵਾਲੀ ਗੱਲ ਜ਼ਰੂਰ ਦੇਖਣੀ। ਜੇ ਪਹਿਲਾਂ ਕੋਈ ਕੰਮ ਹੀ ਨਹੀਂ ਕੀਤਾ ਤਾਂ ਕਿੱਥੋਂ ਸ਼ੁਰੂ ਕਰਾਂਗੇ ਅਸੀਂ? ਜਿਹੜਾ ਬੰਦਾ ਸ਼ੁਰੂ ਕਰ ਰਿਹਾ ਉਹਦੇ ਲਈ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਇੱਥੇ ਜੀ। ਸਟੂਡੈਂਟਸ ਜਿਹੜੇ ਲਾਈਫ ਆਪਣੀ ਸ਼ੁਰੂ ਕਰਦੇ ਆ, 4 ਸਾਲ ਪੜ੍ਹਦੇ ਆ, ਜੇ ਉਹਨਾਂ ਨੇ ਅੰਡਰਗ੍ਰੈਡ ਡਿਗਰੀ ਇਕੱਲੀ ਕੀਤੀ ਹੋਵੇ, ਉਹਨਾਂ ਨੇ ਇੱਕ ਹੋਰ ਡਿਗਰੀ ਕੀਤੀ, ਉਹਦੇ ਜ਼ਿਆਦਾ ਪੈਸੇ ਲੱਗ ਜਾਣੇ ਆ, ਉਹਦੇ ਫਿਰ ਸਟੂਡੈਂਟ ਲੋਨ ਵੱਧ ਜਾਣਾ। ਇੱਕ ਪਾਸੇ ਤਾਂ ਉਹਨਾਂ ਨੂੰ ਸਟੂਡੈਂਟ ਲੋਨ ਵਾਪਸ ਦੇਣਾ ਪੈਣਾ, ਦੂਸਰੇ ਪਾਸੇ ਉਹਨਾਂ ਨੂੰ ਜਦੋਂ ਸਟਾਰਟਿੰਗ ਪੇ ਜਦ ਸ਼ੁਰੂ ਹੁੰਦੀ ਹੈ, ਬਿਲਕੁਲ ਥੋੜ੍ਹੀ ਹੁੰਦੀ ਸ਼ੁਰੂ ਉਹਨਾਂ ਦੀ। ਸੋ ਉਹਦੇ ਵਿੱਚ ਮੁਸ਼ਕਲ ਆਉਂਦੀ ਹੈ। ਸੋ ਹੁਣ ਬਹੁਤ ਸਟੂਡੈਂਟ ਜਿਹੜੇ ਆ ਉਹ ਸੋਚਣ ਲੱਗ ਪਏ, ਪਹਿਲੀ ਵਾਰੀ ਆ ਹੁਣ ਸੋਚਦੇ ਕਿ ਇਹ ਵਰਥ ਕਰਦੀ ਵੀ ਆ ਕਿ ਅਸੀਂ ਪੜ੍ਹਾਈ ਕਰਨ ਲੱਗੇ ਹਾਂ, ਦਿਨੇ ਰਾਤ ਪੜ੍ਹਨ ਲੱਗੇ ਹਾਂ, ਅਸੀਂ ਕੋਲੋਂ ਪੈਸੇ ਲਾ ਕੇ ਜਾ ਰਹੇ ਹਾਂ, ਲੋਨ ਲੈ ਕੇ ਜਾ ਰਹੇ ਹਾਂ ਯੂਨੀਵਰਸਿਟੀ ਕਾਲਜ ਨੂੰ। ਅਖੀਰ ਤੇ ਜਾ ਕੇ ਇੱਕ ਬੰਦਾ ਆਇਆ ਜਿਹੜਾ ਕੰਮ ਕਰਦਾ ਸੀ, ਉਹ ਬੰਦਾ ਕੁਛ ਨਹੀਂ ਕੀਤਾ, ਉਹਨੇ ਕੋਈ ਪੜ੍ਹਾਈ ਨਹੀਂ ਕੀਤੀ, ਉਹ 4 ਸਾਲਾਂ ਦੇ ਵਿੱਚ ਘਰ ਲੈ ਕੇ ਬੈਠਾ। ਮੈਂ ਹੁਣ ਘਰ ਦੀ ਪੇਮੈਂਟ ਨਹੀਂ ਦੇ ਸਕਦਾ। ਮੈਂ ਜੇ ਡਾਊਨ ਪੇਮੈਂਟ ਦੇਣੀ ਹੋਵੇ, ਇੱਕ ਨਵੇਂ ਸਟੂਡੈਂਟ ਨੇ ਉਹ ਦੇਖਦਾ 4 ਸਾਲਾਂ ਦੇ ਵਿੱਚ ਤਾਂ ਇਹ ਤਾਂ ਦਿਗਣੇ ਹੋ ਗਏ ਘਰ, ਤਾਂ ਮੈਂ ਕਿੱਥੋਂ ਪੈਸੇ ਦੇ ਦਵਾਂ ਜੀ। ਇਸੇ ਕਰਕੇ ਉਹਨਾਂ 'ਚ ਨਿਰਾਸ਼ਤਾ ਪਾਈ ਜਾ ਰਹੀ ਹੈ। ਸੋ ਨਿਰਾਸ਼ਤਾ ਪਾ ਗਈ, ਇਹ ਮਾੜੀ ਗੱਲ ਹੈ। ਔਰ ਸਾਡੇ ਜੇ ਸਮਾਜ ਦੇ ਵਿੱਚ ਦੇਖਿਆ ਜਾਵੇ, ਜੇ ਪੜ੍ਹੇ ਲਿਖੇ ਨਾ ਹੋਣਗੇ ਤਾਂ ਕਿਹੜੇ ਡਾਕਟਰ ਦੇ ਕੋਲ ਜਾਇਆ ਕਰੋਗੇ ਤੁਸੀਂ? ਪੜ੍ਹੇ ਲਿਖੇ ਨਾ ਹੋਣਗੇ, ਇੰਜੀਨੀਅਰ ਕਿੱਥੋਂ ਲੈ ਕੇ ਆਉਂਗੇ?
ਤੁਸੀਂ ਜਹਾਜ਼ 'ਚ ਜਾ ਕੇ ਬਹਿ ਜਾਂਦੇ ਆ, ਬਾਬਾ ਆਉਂਦਾ ਉੱਥੇ ਇੰਡੀਆ ਤੋਂ ਤਾਂ ਨੰਗੇ ਪੈਰੀਂ ਤੁਰੇ ਫਿਰਦੇ ਹੁੰਦੇ ਇੱਥੇ ਏਅਰਪੋਰਟ ਤੇ, ਨੰਗੇ ਪੈਰੀਂ। ਕੋਈ ਅਨਪੜ੍ਹ ਬਾਬਾ ਜੂਆਂ ਵਾਲਾ ਉੱਥੇ ਆਉਣਾ ਹੁੰਦਾ, ਉਹਨੂੰ ਲੈਣ ਗਏ ਨੰਗੇ ਪੈਰੀਂ। ਇਸ ਬਾਬੇ ਨੇ ਕਦੇ ਜਹਾਜ਼, ਇਹਨੂੰ ਪਤਾ ਆ ਵੀ ਜਹਾਜ਼ ਕਿੱਦਾਂ ਬਣਾਇਆ ਜਾਂਦਾ। ਇਹ ਕੋਈ ਐਰੋਨੌਟਿਕਲ ਇੰਜੀਨੀਅਰ ਜਿਨ੍ਹਾਂ ਨੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਹੈਗੀ ਜਿਹੜੀ ਵਰਤਦੇ ਆ ਆਪਣੇ ਸੈੱਲ ਫੋਨ ਤੋਂ ਲੈ ਕੇ ਘਰਾਂ ਦੇ ਵਿੱਚ, ਘਰ 'ਚ ਰਹਿੰਦੇ, ਉਹ ਕਿਸੇ ਆਰਕੀਟੈਕਟ ਨੇ, ਕਿਸੇ ਇੰਜੀਨੀਅਰ ਨੇ ਬਣਾਇਆ। ਤੁਸੀਂ ਹੀਟ ਕਰਦੇ ਆ, ਉਹ ਕਿਸੇ ਪੜ੍ਹੇ ਲਿਖੇ ਨੇ ਬਣਾਈ ਹੈ। ਤੁਸੀਂ ਬਿਮਾਰ ਹੁੰਦੇ ਆ, ਡਾਕਟਰ ਦੇ ਕੋਲ ਜਾਂਦੇ ਆ। ਤੇ ਜੇ ਸਾਰੇ ਨਾ ਹੋਣ ਫਿਰ ਅਸੀਂ ਗੁਫਾ ਦੇ ਵਿੱਚ ਆ ਕੇ ਰਹਿਣ ਲੱਗ ਪਵਾਂਗੇ। ਤੇ ਇਹ ਫੈਸਲਾ ਕਰਨਾ ਇੱਕ ਸਟੂਡੈਂਟ ਨੂੰ, ਇੱਕ ਜਨਰੇਸ਼ਨ ਲਈ, ਇਹ ਇੱਕ ਬਹੁਤ ਵੱਡੀ ਗੱਲ ਹੈ। ਡਾਕਟਰ ਸਾਹਿਬ, ਆਪਾਂ ਪਹਿਲਾਂ ਜਿਸ ਤਰ੍ਹਾਂ ਗੱਲ ਕੀਤੀ ਕਿ ਜਿਹੜੇ ਵਿਦਿਆਰਥੀ ਹੈਗੇ ਆ, ਵੱਧਦੀ ਹੋਈ ਟਿਊਸ਼ਨ ਫੀਸ ਦੇ ਕਾਰਨ ਕਾਫੀ ਜ਼ਿਆਦਾ ਉਹਨਾਂ 'ਚ ਨਿਰਾਸ਼ਾ ਪਾਈ ਜਾ ਰਹੀ ਆ। ਇਸ ਦੇ ਨਾਲ ਹੀ ਹੁਣ ਜੇ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਕਰਜ਼ੇ ਦੀ, ਹੈ ਨਾ, ਤਾਂ ਇਹ 1.4 ਟ੍ਰਿਲੀਅਨ ਨੂੰ ਵੀ ਪਾਰ ਕਰ ਚੁੱਕਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ 'ਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈਗੀ ਜਸਟਿਨ ਟਰੂਡੋ ਦੀ। ਉਹਨਾਂ ਨੇ ਸੋਚਿਆ ਕਿ ਲੋਕਾਂ ਦੇ ਪੈਸੇ ਜਿਹੜੇ ਆ, ਆਪਣੇ ਕਹਿੰਦੇ ਹੁੰਦੇ, ਪੰਜਾਬੀ ਦੀ ਕਹਾਵਤ ਹੈ, ਚੋਰਾਂ ਦੇ ਕੱਪੜੇ ਡਾਂਗਾਂ ਦੇ ਗੱਜ। ਇਹ ਵੈਸੇ ਮਿਹਨਤ ਨਾਲ ਲੋਕਾਂ ਨੇ ਬਣਾਏ ਆ ਪੈਸੇ, ਜਿਹੜੇ ਟੈਕਸ ਦੇ ਫਾਰਮ ਦੇ ਵਿੱਚ ਅਸੀਂ ਦਿੰਨੇ ਆ। ਉਹਨਾਂ ਨੇ ਇੱਕ ਡੈਟ ਦੀ ਕਮਾਲ ਕਰਤੀ। ਇਤਿਹਾਸ ਦੇ ਵਿੱਚ ਇੰਨਾ ਡੈਟ ਨਹੀਂ ਹੋਇਆ ਕਦੇ। ਚਲੋ ਪੈਂਡੈਮਿਕ ਵੀ ਆ ਗਿਆ ਸੀ, ਪਰ ਫਿਰ ਵੀ ਇੰਨੀ ਮਤਲਬ ਐਕਸਪੈਂਡੀਚਰ ਵਧਣੀ ਨਹੀਂ ਸੀ ਚਾਹੀਦੀ ਜਿੰਨੀ ਵਧੀ ਆ। 1.4 ਬਿਲੀਅਨ ਟ੍ਰਿਲੀਅਨ। ਹੁਣ 1 ਬਿਲੀਅਨ ਦੇ ਵਿੱਚ 1000 ਮਿਲੀਅਨ ਹੈ ਜੀ। 1 ਟ੍ਰਿਲੀਅਨ ਦੇ ਵਿੱਚ 1000 ਬਿਲੀਅਨ ਹੈ। ਪਰ ਚਾਈਲਡ ਦੇ ਵਿੱਚ, ਮਤਲਬ ਪਰ ਕੈਨੇਡੀਅਨ ਦੇ ਜੇ ਅਸੀਂ ਹਿਸਾਬ ਨਾਲ ਲਾਉਂਦੇ ਆ, ਮੈਂ ਇੱਥੇ ਬੈਠਾ, ਤੁਸੀਂ ਬੈਠੇ ਆ, $37,000 ਪਰ ਬੰਦੇ ਨੂੰ। ਜੇ ਬੱਚਾ ਅੱਜ ਪੈਦਾ ਹੋਇਆ ਨਾ, ਉਹ 37,000 ਉਹਦੇ ਸਿਰ ਨੈਸ਼ਨਲ ਡੈਟ ਆ ਸਿਰਫ। ਇਹਦੇ ਵਿੱਚ $24 ਬਿਲੀਅਨ ਅਸੀਂ ਸਿਰਫ ਇੰਟਰਸਟ ਦਿੰਦੇ ਆ ਹਰ ਸਾਲ, ਜਿਹੜੀ ਪੇਮੈਂਟ ਦਿੰਦੇ ਆ ਕੈਨੇਡਾ ਵਾਲੇ। ਬਾਕੀਆਂ ਜਿੱਦਾਂ ਅਸੀਂ ਘਰ ਦਾ ਲਿਆ ਆ, ਕਰਜ਼ਾ ਲਿਆ ਆ, ਅਸੀਂ ਪੇਮੈਂਟ ਦਿੰਦੇ ਆ, ਸਾਨੂੰ ਸਰਕਾਰ ਨੂੰ ਵੀ ਪੇਮੈਂਟ ਦੇਣੀ ਪੈਂਦੀ ਆ। ਸੋ ਕੈਨੇਡਾ ਵਾਲੇ ਇਹਨਾਂ ਨੂੰ ਹਾਲਾਂਕਿ ਇੰਟਰਸਟ ਬਹੁਤ ਘੱਟ ਚਾਰਜ ਕਰਦੇ ਆ, ਫਿਰ ਵੀ $24 ਬਿਲੀਅਨ। ਸੋ ਜੇ ਤੁਸੀਂ BC ਦਾ ਬਜਟ ਦੇਖਦੇ ਆ, $71 ਬਿਲੀਅਨ ਦਾ ਹੁੰਦਾ ਜੀ। 3 ਸਾਲਾਂ ਦੇ ਵਿੱਚ ਜਿੰਨਾ ਅਸੀਂ ਕਰਜ਼ਾ ਦਿੰਨੇ, ਸਿਰਫ ਕਰਜ਼ਾ, ਟੋਟਲ ਬਜਟ ਆ BC ਦਾ, ਉਹ ਇੰਨਾ ਕਰਜ਼ਾ ਹੈ। ਤਾਂ ਉਸ ਕਰਜ਼ੇ ਦੇ ਨਾਲ ਤੁਸੀਂ ਸੋਚੋ, ਜੇ ਅੱਜ ਨਹੀਂ ਕੱਲ ਪਰਸੋਂ ਕਿਸੇ ਦਿਨ ਤਾਂ ਤੁਹਾਨੂੰ ਵਾਪਸ ਦੇਣਾ ਹੀ ਪੈਣਾ। ਕਿਸੇ ਦਿਨ ਕੋਈ ਟੁੱਥ ਫੇਰੀ ਤਾਂ ਆਉਣੀ ਨਹੀਂ ਜਿਹਨੇ ਬੈਂਡ ਘੁਮਾ ਦੇਣਾ ਵੀ ਕੈਨੇਡਾ ਵਾਲਿਆਂ ਦਾ ਕਰਜ਼ਾ ਮਾਫ। ਇਹ ਕਿਹੜੀਆਂ ਸੇਵਾਵਾਂ ਕੱਟਣਗੇ, ਕਿਹੜੀਆਂ ਸੇਵਾਵਾਂ ਘੱਟ ਕਰਨਗੇ, ਫਿਰ ਤੁਸੀਂ ਰੌਲਾ ਪਾਉਣਾ। ਪਰ ਇਸ ਵੇਲੇ ਘਾਟੇ ਦੇ ਬਜਟ ਦੀ ਕੋਈ ਗੱਲ ਨਹੀਂ ਕਰਦਾ, ਕੋਈ ਡੈਟ ਦੀ ਗੱਲ ਨਹੀਂ ਕਰਦਾ ਜੀ। ਜੇ ਤੁਸੀਂ ਨਾਰਮਲ ਬੰਦੇ ਨਾਲ ਗੱਲ ਕਰਦੇ ਹੋ ਕੈਨੇਡੀਅਨ ਨਾਲ, ਉਹਨਾਂ ਨੂੰ ਇਦਾਂ ਲੱਗਦਾ ਵੀ ਇਹ ਕਿਸੇ ਹੋਰ ਜਨਰੇਸ਼ਨ ਦੀ ਗੱਲ ਹੋਊਗੀ, ਪਰ ਇਹ ਕਿਸੇ ਨਾ ਕਿਸੇ ਦਿਨ ਤੱਕ ਕਿਸੇ ਨੇ ਪੇ ਕਰਨਾ ਹੀ ਆ ਨਾ। ਹਾਂਜੀ। ਤੁਸੀਂ ਕੱਲ ਨੂੰ ਤਾਂ ਕੈਨੇਡਾ ਵਾਲਿਆਂ ਨੇ ਕਹਿਣਾ ਨਹੀਂ ਵੀ ਅਸੀਂ ਬੈਂਕਰਪਟ ਹੋ ਗਏ ਹਾਂ। ਇਹ ਕੋਈ ਸੰਭਾਵਨਾ ਨਹੀਂ। ਕਿਸੇ ਤਰੀਕੇ ਦੇ ਨਾਲ ਉਹ 354 ਬਿਲੀਅਨ ਦਾ ਘਾਟੇ ਦਾ ਬਜਟ ਪੂਰਾ ਕਰਨਾ, ਕਿਸੇ ਤਰੀਕੇ ਦੇ ਨਾਲ $1.4 ਟ੍ਰਿਲੀਅਨ ਜਿਸ ਪ੍ਰਾਈਮ ਮਿਨਿਸਟਰ ਦੀ ਸਿਰਫ ਤੇ ਸਿਰਫ ਇੱਕ ਦੇਣ ਆ ਵੀ ਉਹਨਾਂ ਨੇ ਮੈਰਵਾਨਾ ਪੀਣ ਲਾਤੇ ਯੂਥ ਇੱਥੇ ਸਾਰੇ। ਵੀ ਤੁਸੀਂ ਭੁੱਲ ਜਾਓ, ਇਹ ਪੀਓ, ਭੰਗ ਖਾਓ, ਪੀਓ, ਤੇ ਇਹ ਭੁੱਲ ਜਾਓ ਇਹ ਤੁਹਾਡੇ ਸਿਰ ਡੈਟ ਵੀ ਆ। ਹੋਰ ਕੀ ਕੰਟਰੀਬਿਊਸ਼ਨ ਆ, ਉਹ ਮੈਨੂੰ ਕੋਈ ਇਹਨਾਂ ਦਾ ਬੰਦਾ ਆ ਕੇ, ਇਹਨਾਂ ਦਾ MP ਦੱਸ ਦੇਵੇ ਕਿ ਉਹਨਾਂ ਨੇ ਪਿਛਲੇ 4 ਸਾਲਾਂ ਦੇ ਵਿੱਚ, ਪਿਛਲੇ 7 ਸਾਲਾਂ ਦੇ ਵਿੱਚ ਆਹ ਕੰਟਰੀਬਿਊਸ਼ਨ ਆ ਜਿਹੜੀ ਕੈਨੇਡਾ ਨੂੰ ਕਦੇ ਮਿਲਣੀ ਨਹੀਂ ਸੀ। ਮੈਂ ਗੱਲ ਕੀਤੀ ਆ ਡੀਫਨ ਵੇਕਰ, ਥੋੜਾ ਚਿਰ ਪ੍ਰਾਈਮ ਮਿਨਿਸਟਰ ਰਹੇ, ਉਹਨਾਂ ਦੀ ਕੰਟਰੀਬਿਊਸ਼ਨ ਦੇਖੋ। ਪਹਿਲਾ ਹਿਊਮਨ ਰਾਈਟਸ ਐਕਟ ਕੈਨੇਡਾ ਦੀ ਹਿਸਟਰੀ ਦੇ ਵਿੱਚ ਉਹਨਾਂ ਨੇ ਲੈ ਕੇ ਆਂਦਾ।
ਨੇਟਿਵ ਲੋਕੀ ਜਿਹੜੇ ਇੱਥੇ 10,000 ਸਾਲ ਤੋਂ ਰਹਿੰਦੇ ਰਿਹਾ, ਆਰਕੀਓਲੋਜਿਸਟ ਸਾਨੂੰ ਦੱਸਦੇ ਆ, ਉਹਨਾਂ ਨੂੰ ਪਹਿਲੀ ਵਾਰੀ ਹੱਕ ਦਿੱਤਾ ਵੋਟ ਪਾਉਣ ਦਾ। ਮਤਲਬ ਉਹ ਜਿਹੜੇ ਪਹਿਲਾਂ ਇੱਥੇ ਆਏ ਆ ਉਹਨਾਂ ਨੂੰ ਸਭ ਤੋਂ ਮਗਰੋਂ ਵੋਟ ਦਾ ਹੱਕ, ਸਾਨੂੰ ਵੀ 47 ਚ ਮਿਲ ਗਿਆ। ਫਿਰ ਉਹਨਾਂ ਨੇ ਜਿਹੜਾ ਇੱਕ ਕਲੌਜ਼ ਹੁੰਦੀ ਸੀ ਇਮੀਗ੍ਰੇਸ਼ਨ ਦੇ ਵਿੱਚ, ਉਹ 'ਚ ਯੂਰਪ ਤੋਂ ਆਏ ਲੋਕਾਂ ਨੂੰ ਕੋਈ ਗਿਣਤੀ ਨਹੀਂ ਹੁੰਦੀ, ਬਾਕੀ ਮੁਲਕਾਂ ਤੋਂ, ਇੰਡੀਆ ਤੋਂ, ਚਾਈਨਾ ਤੋਂ, ਅਫਰੀਕਾ ਤੋਂ, ਉਹਨਾਂ ਨੂੰ ਹੁੰਦਾ ਸੀ ਕਿੰਨੇ ਬੰਦੇ ਆਉਣੇ ਆ, ਕਿਸੇ ਨੂੰ 60, ਕਿਸੇ ਨੂੰ 70। ਉਹ ਰਿਮੂਵ ਕੀਤੀ, ਉਹ ਰੇਸ਼ੀਅਲ ਕੋਟਾ ਜਿਹੜਾ ਸੀ ਉਹਨਾਂ ਰਿਮੂਵ ਕੀਤਾ। ਕੋਸ਼ਿਸ਼ ਕੀਤੀ, ਉਹ ਕਾਮਯਾਬ ਨਹੀਂ ਹੋਏ ਕਿ ਕੈਨੇਡਾ ਦੇ ਵਿੱਚ ਅਨਹਾਈਫਨੇਟਡ ਕੈਨੇਡੀਅਨ ਹੋਣ, ਕੈਨੇਡੀਅਨ ਉਹ ਹੋਣ ਸਿਰਫ ਤੇ ਸਿਰਫ ਕੈਨੇਡੀਅਨ ਜੀ, ਕੋਈ ਇੰਡੋ ਕੈਨੇਡੀਅਨ ਨਹੀਂ, ਕੋਈ ਆਇਰਿਸ਼ ਕੈਨੇਡੀਅਨ ਨਹੀਂ, ਕੋਈ ਇੰਗਲਿਸ਼ ਕੈਨੇਡੀਅਨ ਨਹੀਂ, ਕੈਨੇਡੀਅਨ ਇਜ਼ ਅ ਕੈਨੇਡੀਅਨ। ਇਹ ਹੁੰਦੀਆਂ ਕੰਟਰੀਬਿਊਸ਼ਨਸ ਇੱਕ ਪ੍ਰਾਈਮ ਮਿਨਿਸਟਰ ਦੀਆਂ। ਪ੍ਰਾਈਮ ਮਿਨਿਸਟਰ ਦੌੜਾ ਫਿਰੇ ਉੱਥੇ ਯੂਰਪ 'ਚ ਸਿਰਫ ਫੋਟੋ ਖਿਚਾਉਣ ਲਈ, ਤਾਂ ਵੈਸੇ ਨੈਸ਼ਨਲੀ ਉਹਨਾਂ ਦੀ ਕੰਟਰੀਬਿਊਸ਼ਨ ਇਹ ਹੋਵੇ ਕਿ ਮੈਰਿਜੂਆਨਾ ਲੀਗਲਾਈਜ਼ ਕਰਤਾ, ਤੇ ਜਿਹੜੇ ਇਹ ਰੌਲਾ ਪਾਉਂਦੇ ਹੁੰਦੇ ਸੀ ਕਿ ਮੈਰਿਜੂਆਨਾ ਲੀਗਲਾਈਜੇਸ਼ਨ ਦੇ ਨਾਲ ਡਰੱਗ ਪ੍ਰੋਬਲਮ ਖਤਮ ਹੋ ਜਾਣੀ ਹੈ, ਉਹ ਖਤਮ ਹੋ ਗਈ। ਉਹ ਤਾਂ ਉੱਥੇ ਹੀ ਆ। ਇਹ ਸੋਚਣ ਵਾਲੀ ਗੱਲ ਹੈ ਨਾ, ਬੰਦੇ ਸੋਚਣ। ਹੁਣ ਨੌਜਵਾਨ ਮੈਂ ਦੇਖੇ ਕਿਸੇ ਪਾਰਟੀ ਦੇ ਮੈਰਿਜੂਆਨਾ ਪੀਂਦੇ, ਸ਼ਰਾਬ ਤਾਂ ਬਹੁਤ ਪੀਂਦੇ, ਚਲੋ ਸਾਡੇ ਪੰਜਾਬੀਆਂ ਨੂੰ ਇਹ ਜ਼ਿਆਦਾ ਆਦਤ ਹੈ। ਉੱਥੇ ਇਹ 'ਚ ਵੀ ਨੰਬਰ 1 ਨਹੀਂ ਹੈ ਵੈਸੇ, ਕੇਰਲ ਵਾਲੀ ਨੰਬਰ 1 ਲੈ ਗਏ, ਉਹ ਦੂਸਰੇ ਨੰਬਰ ਤੇ ਪੰਜਾਬੀ ਆ ਉੱਥੇ ਹਿੰਦੁਸਤਾਨ ਦੇ ਵਿੱਚ ਇੱਥੇ। ਪਰ ਉਹ ਨੌਜਵਾਨ ਸਾਰੇ ਦੇ ਸਾਰੇ ਮੈਰਿਜੂਆਨਾ ਪੀ ਰਹੇ ਸੀ, ਔਰ ਉਹਨਾਂ ਦੇ ਪੇਰੈਂਟਸ ਕਹਿ ਰਹੇ ਯਾਰ ਇਹ ਤਾਂ ਲੀਗਲ ਹੈ। ਲੀਗਲ ਗੱਲਾਂ ਤਾਂ ਬਹੁਤ ਹੁੰਦੀਆਂ ਇੱਥੇ, ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਦੇਖਣਾ ਨਹੀਂ ਕਿ ਅਸੀਂ ਲੀਗਲ ਇੱਥੇ ਸਿਗਰਟਾਂ ਮਿਲਦੀਆਂ, ਸਿਗਰਟਾਂ ਪੀਣ ਲੱਗ ਪਈਏ ਅਸੀਂ। ਜੇ ਕੋਈ ਲੀਗਲ ਚੀਜ਼ ਹੈਗੀ ਆ, ਉਹ ਜ਼ਰੂਰੀ ਨਹੀਂ ਵੀ ਸਾਡੇ ਸਰੀਰ ਦੇ ਅੰਦਰ ਹੀ ਜਾਵੇ। ਸਾਨੂੰ ਆਪਣੇ ਆਪ ਵੀ ਸੋਚਣਾ ਚਾਹੀਦਾ। ਸਾਨੂੰ ਪ੍ਰਧਾਨ ਮੰਤਰੀ ਉੱਦਾਂ ਦਾ ਹੋਵੇ ਜਿਹੜਾ ਇੱਕ ਐਗਜ਼ਾਮਪਲ ਬਣ ਕੇ ਦਿਖਾ ਦੇਵੇ। ਜਾਂ ਮਿਲਟਰੀ ਅਕੈਡਮੀ 'ਚ ਲਿਖਿਆ ਹੁੰਦਾ ਸੀ ਕਿ ਲੀਡ ਬਾਈ ਐਗਜ਼ਾਮਪਲ। ਜੀ, ਤੁਸੀਂ ਮਿਸਾਲ ਬਣ ਕੇ ਲੀਡ ਕਰਨਾ, ਆਪ ਲੋਕੀ ਦੇਖਣ। ਇਹ ਇੱਕ ਕਵੀ ਨੇ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਦੀ ਆਖਰੀ ਸੰਦੇਸ਼ ਸਿੰਘਾਂ ਦੇ ਨਾਂ, ਔਰ ਉਹਦੇ ਵਿੱਚ ਉਹ ਲਿਖਦਾ ਹੈ ਕਿ ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਸੀ ਤਾਂ ਮੈਂ ਮੌਲਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ, ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ, ਸਿੰਘਾਂ ਤੋਂ ਵਾਰ ਪਹਿਲਾਂ ਆਪਣਾ ਪਰਿਵਾਰ ਚੱਲਿਆ। ਇਹ ਹੁੰਦੀ ਹੈ ਮਿਸਾਲ, ਇਹ ਹੁੰਦੀ ਹੈ ਇੱਕ ਸਰਦਾਰੀ, ਇੱਕ ਲੀਡਰਸ਼ਿਪ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਅਸੀਂ ਕਹਿੰਦੇ 5 ਵਾਰੀ ਉਹ ਮੁੱਖ ਮੰਤਰੀ ਰਹੇ, 5 ਵਾਰੀ ਕੀ ਕੀਤਾ। ਸਾਲਾਂ ਦੇ ਵਿੱਚ ਤੁਹਾਡੀ ਅਕੰਪਲਿਸ਼ਮੈਂਟ ਨਹੀਂ ਹੋਣੀ ਚਾਹੀਦੀ। ਮੈਨੂੰ ਯਾਦ ਹੈ, ਮੈਂ 21 ਸਾਲ ਉੱਥੇ ਇੰਡੀਆ 'ਚ ਕਾਲਜ ਲਾਇਆ। ਅਸੀਂ ਉੱਥੇ ਇੱਕ ਪੰਜਾਬ ਸਟੂਡੈਂਟ ਯੂਨੀਅਨ ਬਣਾਈ ਹੁੰਦੀ ਸੀ, ਤਾਂ ਉਹਦੇ ਕਾਰਕੁਨਾਂ ਸਟੂਡੈਂਟਸ ਨੂੰ ਰਿਕਰੂਟ ਕਰਦੇ ਫਿਰਦੇ ਸੀ ਕਿ ਤੁਸੀਂ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰ ਬਣ ਜਾਓ। ਤੇ ਉੱਥੇ ਇੱਕ ਸਾਨੂੰ ਮੁੰਡਾ ਮਿਲਿਆ, ਉਹ ਸਾਨੂੰ ਘੇਰ ਕੇ ਖੜ ਗਿਆ, ਕਹਿੰਦਾ ਕਿ ਤੁਸੀਂ ਕੱਲ ਆਏ ਆ, ਤੁਸੀਂ ਸਾਨੂੰ ਦੱਸਣ ਲੱਗ ਪਏ ਆ। ਕਹਿੰਦਾ ਮੈਂ ਜਦੋਂ ਦਾ ਕਾਲਜ ਸ਼ੁਰੂ ਹੋਇਆ 8 ਸਾਲ ਪਹਿਲਾਂ, ਮੈਂ ਇੱਥੇ ਹੀ ਆ ਉਦੋਂ ਦਾ। ਹੁਣ ਜੇ ਇਸ ਕਾਲਜ ਦੇ ਵਿੱਚ ਸਿਰਫ ਤੇ ਸਿਰਫ 3 ਸਾਲ ਦੀ ਡਿਗਰੀ ਹੋਵੇ ਤਾਂ ਉੱਥੇ ਉਹ 8 ਸਾਲ ਦਾ ਕੀ ਕਰਦਾ ਹੈ? ਸਵਾਲ ਤਾਂ ਇਹ ਆ। ਜੀ ਬਿਲਕੁਲ। ਹੁਣ ਸਾਲਾਂ, ਤੁਸੀਂ ਜੇ ਉਹਨੂੰ ਸਾਲਾਂ ਦੀ ਅਕੰਪਲਿਸ਼ਮੈਂਟ ਦੇਖਣੀ ਆ, ਫਿਰ ਤਾਂ ਉਹ ਸਾਡੇ ਨਾਲ ਬਹੁਤ ਸੀਨੀਅਰ, ਫਿਰ ਤਾਂ ਉਹ ਆਲਬਰਟ ਆਇਨਸਟਾਈਨ ਨਾਲ ਵੀ ਵਧੀਆ ਸੀ, ਉਹਨੇ ਵੀ ਨਹੀਂ ਇੰਨੇ ਸਾਲ ਲਾਏ ਹੋਣੇ। ਤੇ ਜੇ ਤੁਸੀਂ ਅਕੰਪਲਿਸ਼ਮੈਂਟ ਦੇਖਣੀ ਆ ਕਿ 3 ਸਾਲਾਂ ਦੀ ਡਿਗਰੀ ਵਾਲੇ ਕਾਲਜ 'ਚ ਤੂੰ 8 ਸਾਲਾਂ ਦਾ ਕੀ ਕਰਨਾ ਹੈ? ਫਿਰ ਹੁਣ ਸਾਡੇ ਪੰਜਾਬ ਵਿੱਚ ਇਦਾਂ ਕਹਿੰਦੇ ਆ, ਇਹ ਜੀ 5 ਵਾਰੀ ਚੀਫ ਮਿਨਿਸਟਰ ਬਣੇ ਆ। ਗਿਣਤੀ ਮਿਣਤੀ ਰਹਿ ਗਈ, ਤੁਸੀਂ 3, ਤੁਸੀਂ 2, ਤੁਸੀਂ 1, ਤੁਸੀਂ ਇਹ ਜੀ ਸਾਡੇ ਬੜੇ ਲੰਮਾ ਚਿਰ ਮਿਨਿਸਟਰ ਰਹੇ ਆ। ਤੁਸੀਂ ਮੈਨੂੰ ਇਹ ਦੱਸੋ ਵੀ ਅਕੰਪਲਿਸ਼ਮੈਂਟ ਕੀ ਆ? ਜੀ, ਗੱਲ ਤਾਂ ਸਾਰੀ ਪ੍ਰਾਪਤੀ ਦੀ ਆ। ਜੀ, ਪ੍ਰਾਪਤੀ ਕੀ ਕੀਤੀ ਹੈ? ਮੈਨੂੰ ਗਿਣ ਕੇ ਦਿਖਾ ਦਿਓ। ਸਾਡੇ
ਇੱਥੇ ਪੰਜਾਬ ਮਤਲਬ ਕੈਨੇਡਾ ਦੇ ਵਿੱਚ ਜਿਹੜੀਆਂ ਅਕੰਪਲਿਸ਼ਮੈਂਟ ਹੋਈਆਂ, ਮੈਂ ਹਿਊਮਨ ਰਾਈਟਸ ਦੀ ਗੱਲ ਕਰਦਾ, ਪਹਿਲਾਂ ਹੁੰਦਾ ਹੀ ਨਹੀਂ ਸੀ। ਫਿਰ ਪੀਅਰ ਐਲੀਅਟ ਟਰੂਡੋ ਦੀ ਅਕੰਪਲਿਸ਼ਮੈਂਟ ਹੈ 1971 ਦੇ ਵਿੱਚ, ਉਹਨਾਂ ਨੇ ਇੱਥੇ ਮਲਟੀਕਲਚਰਲਿਜ਼ਮ ਐਕਟ ਲੈ ਕੇ ਆਂਦਾ। ਚਲੋ ਇਹ ਕਹਿਣਾ ਲੋਕਾਂ ਨੂੰ ਕਿ ਸਾਰੇ ਹੀ ਸੱਭਿਆਚਾਰ ਕੈਨੇਡਾ ਦੇ ਵਿੱਚ ਬਰਾਬਰ ਹੈ, ਇਹ ਇੱਕ ਅਕੰਪਲਿਸ਼ਮੈਂਟ ਹੈ, ਪ੍ਰਾਪਤੀ ਹੈ ਸਾਡੀ ਜੀ। 1982 ਦੇ ਵਿੱਚ ਉਹਨਾਂ ਨੇ ਚਾਰਟਰ ਆਫ ਰਾਈਟਸ ਪਾਇਆ ਸੰਵਿਧਾਨ ਦੇ ਵਿੱਚ, ਜੇ ਕੋਈ ਕਿਸੇ ਨੂੰ ਕੁਝ ਹੁੰਦਾ ਆ, ਕਿਸੇ ਦਾ ਹਿਊਮਨ ਰਾਈਟਸ ਵਾਇਲੇਸ਼ਨ ਹੁੰਦੀ ਹੈ, ਉਹ ਕੋਰਟ ਦੇ ਵਿੱਚ ਚੱਲ ਜਾਵੇ, ਇਹ ਅਕੰਪਲਿਸ਼ਮੈਂਟ ਹੈ। 1988 ਦੇ ਵਿੱਚ ਬ੍ਰਾਇਨ ਮਰੂਨੀ ਨੇ ਐਮਪਲੋਇਮੈਂਟ ਇਕੁਇਟੀ ਲੈ ਕੇ ਆਂਦਾ। ਇਹ ਗੱਲ ਤੇ ਚੇਤਨਤਾ ਫਲਾਈ ਕਿ ਕੈਨੇਡੀਅਨ ਲੋਕੀ ਚਾਹੇ ਜਿਸ ਮਰਜ਼ੀ ਰੰਗ ਦੇ ਹੋਣ, ਜੇ ਉਹ ਏਸ਼ੀਆ ਤੋਂ ਆਏ ਆ, ਅਫਰੀਕਾ ਤੋਂ ਆਏ ਆ, ਸਾਊਥ ਏਸ਼ੀਆ ਤੋਂ ਆਏ ਆ, ਏਸ਼ੀਆ ਤੋਂ ਆਏ ਆ, ਜਾਂ ਉਹ ਵਿਮਨ ਹੈ ਜਾਂ ਉਹ ਨੇਟਿਵਸ ਹੈ, ਉਹਨਾਂ ਨੂੰ ਵੀ ਤੁਸੀਂ ਨੌਕਰੀਆਂ ਦਿੰਦੇ ਆ ਕਿ ਐਵੇਂ ਤੁਸੀਂ ਮਲਟੀਕਲਚਰਲਿਜ਼ਮ ਦਾ ਰੌਲਾ ਪਾਇਆ ਹੈ? ਇਹ ਅਕੰਪਲਿਸ਼ਮੈਂਟ ਹੈ। ਹੁਣ ਉਸ ਤੋਂ ਬਾਅਦ ਆਏ ਆ ਸਾਡੇ ਬੰਦੇ, ਇਹ ਮੈਨੂੰ ਕੋਈ ਵੀ ਬੰਦਾ ਦੱਸ ਦੇਵੇ ਵੀ ਸਾਡੀ ਅਸੀਂ ਅਕੰਪਲਿਸ਼ ਕਰ ਲਿਆ। ਜੀ ਬਿਲਕੁਲ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਗੱਲ ਸਮਝਾਈ। ਪ੍ਰਾਪਤੀ ਬਾਰੇ ਤਾਂ ਦੱਸਣ, ਇਹ ਜੀ ਫਲਾਣੇ ਪਿੰਡੋਂ ਉੱਠ ਕੇ ਆਇਆ ਤਾਂ ਇੱਥੇ ਮੰਤਰੀ ਬਣ ਗਿਆ, ਸੋ ਆ ਕੇ ਕੀਤਾ ਕੀ ਮਤਲਬ ਬਹੁਤ ਜੁੱਤੀ ਚੱਟ ਕੇ ਲੋਕ ਤਾਂ ਚੜ ਜਾਂਦੇ, ਇਹ ਨਾ ਕੀ ਹੋ ਜਾਂਦਾ। ਪ੍ਰਾਪਤੀ ਤਾਂ ਦੱਸੋ ਵੀ ਤੁਸੀਂ, ਮੈਂ ਮੰਤਰੀ ਸੀ, ਮੈਂ ਆਹ ਕਰ ਦਿੱਤਾ। ਹਾਂ, ਫਿਰ ਜਨਰੇਸ਼ਨ ਤੁਹਾਨੂੰ ਪੁੱਜਣਗੀਆਂ ਵੀ ਇਸ ਬੰਦੇ ਨੇ ਆਹ ਕੰਮ ਕੀਤਾ। ਜਿਹੜੀਆਂ ਵੱਡੀਆਂ ਦੇਣਾ ਆ ਕੌਮਾਂ ਨੂੰ, ਦੇਸ਼ ਨੂੰ, ਉਹ ਇਹ ਗੱਲ ਤੇ ਆ ਕਿ ਉਹਨਾਂ ਨੇ ਕੁਝ ਕੀਤਾ ਆ, ਕੁਝ ਪ੍ਰਾਪਤੀਆਂ ਕੀਤੀਆਂ ਆ, ਉਹਨਾਂ ਦੇ ਕੋਈ ਵਿਜ਼ਨ ਸੀ ਬੰਦਿਆਂ ਦਾ, ਜਿਨ੍ਹਾਂ ਨੇ ਆਪਣਾ ਦੇਸ਼ ਬਣਾ ਕੇ ਰੱਖਤਾ। ਹੁਣ 1867 ਦੇ ਵਿੱਚ ਆਹ ਹੀ ਕੈਨੇਡਾ ਬ੍ਰਿਟਿਸ਼ ਕਾਲੋਨੀਜ਼ ਹੁੰਦੀਆਂ ਸੀ ਤੇ, ਪਰ ਜੌਨ ਮੈਕਡੋਨਲਡ ਨੇ ਚਲੋ ਇੱਕ ਕੰਮ ਤਾਂ ਕੀਤਾ ਨਾ, ਉਹਨੇ ਸਾਰੇ ਲੋਕਾਂ ਨੂੰ ਇਹਨਾਂ ਨੂੰ ਇਕੱਠੇ ਕਰਕੇ ਇੱਕ ਦੇਸ਼ ਬਣਾਤਾ। ਉਹ ਦੇਸ਼ ਜਿਹੜਾ ਅੱਜ ਕੱਲ ਦੁਨੀਆ ਦੀ ਐਨਵੀ ਬਣਿਆ ਹੈ, ਇੱਕ ਪ੍ਰਾਪਤੀ ਹੈ ਨਾ ਜੀ। ਹੁਣ ਉਹਨੂੰ ਜੋ ਮਰਜ਼ੀ ਕਹੀ ਚਲੋ, ਉਹ ਏਦਾਂ ਸੀ, ਉਹ ਸ਼ਰਾਬੀ ਸੀ, ਉਹ ਫਲਾਣਾ ਸੀ, ਪਰ ਇੱਕ ਪ੍ਰਾਪਤੀ ਤਾਂ ਉਹਨਾਂ ਨੇ ਕੀਤੀ, ਇੱਕ ਦੇਸ਼ ਏਦਾਂ ਦਾ ਬਣਾਇਆ ਜਿਹਨੂੰ ਹੁਣ ਬਾਕੀ ਦੇਸ਼ ਮੂੰਹ ਚੱਕ ਕੇ ਦੇਖਦੇ ਕਿ ਏਦਾਂ ਦੀ ਬਣੀਆਂ ਸੀ। ਇੱਕ ਅਕੰਪਲਿਸ਼ਮੈਂਟ ਹੈ, ਇੱਕ ਪ੍ਰਾਪਤੀ ਹੈ ਜੀ। ਜਦੋਂ ਕੋਈ ਵੀ ਬੰਦਾ ਚੁਣਿਆ ਜਾਂਦਾ ਹੈਗਾ ਤਾਂ ਜੇ ਤੁਹਾਡੀ ਪ੍ਰਾਪਤੀ ਇਹੀ ਹੈ ਵੀ ਡੈਟ ਆ ਸਾਡਾ, ਮੈਂ ਡੈਟ ਇੰਨਾ ਵਧਾ ਚੱਲਿਆ, ਇਹ ਤਾਂ ਫਿਰ ਇਹ ਪ੍ਰਾਪਤੀ ਥੋੜੀ ਹੋਈ। ਇਹ ਜਿਹੜੇ ਡੈਟ ਪੇ ਕਰਨਗੇ ਉਹ ਦੱਸਣਗੇ ਵੀ ਪ੍ਰਾਪਤੀ ਹੈ ਕਿ ਨਹੀਂ ਜੀ। ਇਹਦੇ ਤੇ ਪਰ ਕੋਈ ਸਵਾਲ ਨਹੀਂ ਨਾ ਉਠਾਉਂਦਾ ਹੈਗਾ, ਕੋਈ ਗੱਲਬਾਤ ਵੀ ਨਹੀਂ ਕਰਦਾ। ਬਿਲਕੁਲ ਤੁਸੀਂ ਸਹੀ ਕਿਹਾ ਸੀ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਗੱਲ ਸ਼ੁਰੂ ਕੀਤੀ, ਕੱਲਾ ਬੰਦਾ ਆ ਕੇ ਰੌਲਾ ਪਾਉਂਦਾ। ਮੇਰਾ ਲੋਟਰੀ 'ਚ ਨਾਂ ਨਹੀਂ ਆਇਆ ਕਿਉਂਕਿ ਮੈਂ ਆਪਣੇ ਪੇਰੈਂਟਸ ਨੂੰ ਸੱਦਣਾ ਚਾਹੁੰਦਾ ਸੀ। ਇਹ ਇਸੇ ਕਰਕੇ ਹੋਇਆ, ਇੱਥੇ ਡੈਟ ਜ਼ਿਆਦਾ ਹੋ ਗਿਆ। ਇਹਨਾਂ ਨੇ ਸੇਵਾਵਾਂ ਜਿਹੜੀਆਂ ਸਿਹਤ ਸੇਵਾਵਾਂ ਬਚਾਉਣ ਲਈ ਪੇਰੈਂਟਸ ਨੂੰ ਇੱਥੋਂ ਆਉਣੋਂ ਰੋਕਿਆ। ਇਹੀ ਪੇਰੈਂਟਸ ਪਹਿਲਾਂ ਆਉਂਦੇ ਹੁੰਦੇ ਸੀ। ਫਿਰ ਦੂਸਰਾ ਗੱਲ ਸੁਣੋ, ਯੂਰਪ ਤੋਂ ਜਦੋਂ ਪੇਰੈਂਟਸ ਆਉਂਦੇ ਸੀ ਉਦੋਂ ਕੋਈ ਪ੍ਰੋਬਲਮ ਨਹੀਂ ਸੀ। ਜਿਸ ਵੇਲੇ ਏਸ਼ੀਆ ਦੇ ਵਿੱਚੋਂ ਮੈਜੋਰਟੀ ਲੋਕੀ ਇਮੀਗ੍ਰੈਂਟ ਹੋ ਕੇ ਆਉਣ ਲੱਗਿਆ, ਉਦੋਂ ਹੀ ਪੇਰੈਂਟਸ ਬੰਦ ਹੋਏ। ਡਿਸਕ੍ਰਿਮੀਨੇਸ਼ਨ ਹੈ। ਤੇ ਫਿਰ ਜਿਹੜੇ ਸਾਡੇ ਬੰਦੇ ਬੈਠੇ ਆ, ਕੋਈ ਐਮਐਲਏ ਬਣ ਕੇ ਬੈਠਾ, ਕੋਈ ਐਮਪੀ ਬਣ ਕੇ ਬੈਠਾ, ਕੋਈ ਮਿਨਿਸਟਰ ਬਣ ਕੇ ਬੈਠਾ, ਉਹ ਦੱਸਣ ਵੀ ਇਹਨਾਂ ਨੇ ਕਦੇ ਸਵਾਲ ਕੀਤਾ ਵੀ ਹੁਣ ਜੇ ਏਸ਼ੀਆ ਤੋਂ ਲੋਕੀ ਆਉਂਦੇ ਆ ਤਾਂ ਪੇਰੈਂਟਸ ਵੀ ਬੰਦ ਹੋ ਗਏ ਆ। ਵੈਸੇ ਮੈਂ ਤਾਂ ਕਦੇ ਨਹੀਂ ਸੁਣਿਆ ਉਹਨਾਂ ਵੱਲੋਂ ਇਹੋ ਜਿਹਾ ਕੋਈ ਸਵਾਲ ਜਾਂ ਕੋਈ ਸਟੇਟਮੈਂਟ, ਜਾਂ ਫਿਰ ਉਹਨਾਂ ਨੇ ਕਦੇ ਕੋਈ ਗੱਲਬਾਤ ਕੀਤੀ ਹੋਵੇ। ਇਹਨਾਂ ਬਾਰੇ ਇੱਕ ਕਿਹਾ ਜਾਂਦਾ ਕਿ ਸੁੱਚਾ ਮੂੰਹ ਲੈ ਕੇ ਗਏ ਤੇ ਸੁੱਚਾ ਮੂੰਹ ਲੈ ਕੇ ਵਾਪਸ ਆ ਗਏ। ਜੀ ਬਿਲਕੁਲ ਸਹੀ। ਆਪਾਂ ਹੁਣ ਅੱਗੇ ਵਧਦੇ ਦੂਸਰੀ ਖਬਰ ਵੱਲ, ਜਿਸ ਦਾ ਸੰਬੰਧ ਹੈਗਾ ਸਿਆਟਲ ਦੇ ਨਾਲ। ਯੂਜੂਅਲੀ ਜਦੋਂ ਆਪਾਂ ਸਿਆਟਲ ਦੀਆਂ ਗੱਲਾਂ ਬਾਤਾਂ ਪਹਿਲਾਂ ਵੀ ਕਰਦੇ ਆ ਤਾਂ ਹਮੇਸ਼ਾ ਇਹ ਹੁੰਦਾ ਕਿ ਉੱਥੇ ਅਪਰਾਧਿਕ ਮਾਮਲੇ ਆ ਜਿਹੜੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਦਿਨ ਪ੍ਰਤੀ ਦਿਨ। ਪਰ ਹੁਣ ਇੱਕ ਸਟੱਡੀ ਸਾਹਮਣੇ ਆਈ ਹੈਗੀ ਆ, ਐਕਸਿਊਐਸ ਜਨਰੇਸ਼ਨ ਲੈਬ ਨੈਕਸਟ ਸਿਟੀਜ਼ ਵਾਲਿਆਂ ਨੇ ਕੀਤੀ ਆ,
ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਸਿਆਟਲ ਹੈਗਾ ਨਾ ਇਹ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਿਆ। ਸਿਆਟਲ ਜਿਹੜੀ ਆ ਕਹਿੰਦੇ ਨੇ ਨਾ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੰਧ, ਸਾਡੇ ਲਾਗੇ ਕਰਕੇ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਵੈਸੇ ਸਿਆਟਲ ਮੇਜਰ ਸਿਟੀ ਹੈ ਇੱਕ ਜੀ। ਦੁਨੀਆ ਭਰ ਦੇ ਵਿੱਚ ਜਿੰਨੇ ਜਹਾਜ਼ ਉੜੇ ਫਿਰਦੇ ਆ ਸਿਆਟਲ ਬਣਦੇ ਆ। ਹਾਂਜੀ, ਬੋਇੰਗ ਦੇ ਵਿੱਚ। ਜੀ ਜੀ। ਗੂਗਲ ਵਾਲਿਆਂ ਦਾ ਜਿਹੜਾ ਮੇਨ ਆਫਿਸ ਆ ਜਿੱਥੇ ਇੰਜੀਨੀਅਰ ਜ਼ਿਆਦਾ ਆ ਉਹ ਤਾਂ ਹੈਗਾ ਬੇ ਏਰੀਆ ਦੇ ਵਿੱਚ। ਦੂਸਰਾ ਵੱਡਾ ਆਫਿਸ ਇੰਜੀਨੀਅਰਸ ਲਈ, ਇੰਜੀਨੀਅਰ ਚਾਹੇ ਉਹ ਸੌਫਟਵੇਅਰ ਇੰਜੀਨੀਅਰ ਹੋਣ ਚਾਹੇ ਹਾਰਡਵੇਅਰ ਹੋਣ, ਉਹ ਗੂਗਲ ਵਾਲਿਆਂ ਦਾ, ਉਹ ਵੀ ਸਿਆਟਲ ਹੈ। ਫਿਰ ਮਾਈਕਰੋਸਾਫਟ ਦਾ ਜਿਹੜਾ ਆ ਰੈਡਮੰਡ ਦੇ ਵਿੱਚ, ਉਹ ਵੀ ਸਿਆਟਲ ਦੇ ਵਿੱਚ ਹੀ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਟੌਪ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਗਿਣਦੇ ਆ ਦੁਨੀਆ ਦੇ ਵਿੱਚ, ਇੱਥੇ ਹੀ ਨਹੀਂ ਗਿਣਦੇ, ਦੁਨੀਆ ਦੇ ਵਿੱਚ ਜਿਹੜੀਆਂ ਸਟੱਡੀਜ਼ ਇਹਨਾਂ ਨੇ ਕਰਵਾਈਆਂ ਆ, ਜਿਹੜੀ ਰਿਸਰਚ ਇੱਥੇ ਹੁੰਦੀ ਹੈ, ਇਹ ਬੜੀ ਟੌਪ ਲੈਵਲ ਤੇ ਹੁੰਦੀ ਹੈ। ਸੋ ਸਿਆਟਲ ਦੇ ਵਿੱਚ ਉਹ ਚੀਜ਼ਾਂ ਪਈਆਂ ਆ ਜਿਨ੍ਹਾਂ ਨੂੰ ਇੱਕ ਲੋਕੀ ਵੈਸੇ ਵੀ ਪਸੰਦ ਕਰਦੇ ਆ ਕਿ ਉਹਨਾਂ ਦੇ ਹਿਸਾਬ ਦੇ ਨਾਲ ਜਦੋਂ ਉਹ ਸ਼ਿਕਾਗੋ ਨੂੰ ਦੇਖਦੇ ਆ ਜਾਂ LA ਨੂੰ ਦੇਖਦੇ ਆ, ਕ੍ਰਾਈਮ ਰੇਟ ਵੀ ਘੱਟ ਆ, ਫਿਰ ਉੱਥੇ ਦਾ ਮੌਸਮ ਚੰਗਾ ਆ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਨਾ ਬਹੁਤੀ ਗਰਮੀ ਹੁੰਦੀ ਹੈ। ਸੋ ਆਸ-ਪਾਸ ਦੀਆਂ ਕਲਚਰਲ ਸੀਨ ਦੇਖ ਲਓ। ਜੇ ਤੁਸੀਂ ਕਲਚਰਲ ਸੀਨ ਦੇਖਣਾ ਹੋਵੇ ਉੱਥੇ ਦਾ, ਓਪਰਾ ਦੇਖਣੀ ਆ ਜਾਂ ਕੋਈ ਹੋਰ ਚੀਜ਼ਾਂ ਦੇਖਣੀਆਂ, ਉਹ ਸਿਆਟਲ ਦੇ ਵਿੱਚ ਆ। ਐਕਚੁਅਲੀ ਦੇਖੋ ਇੱਥੇ ਸਾਡੇ ਰੌਲਾ ਰੱਪਾ ਪੈਂਦਾ ਜੀ ਪੰਜਾਬੀਆਂ ਨੇ ਆਹ ਕਰ ਲਿਆ ਉਹ ਕਰ ਲਿਆ। ਯੂਨੀਵਰਸਿਟੀ ਵਾਸ਼ਿੰਗਟਨ ਵਾਲਿਆਂ ਨੇ, ਯੂਨੀਵਰਸਿਟੀ ਵਾਸ਼ਿੰਗਟਨ ਦੇ ਮਿਊਜ਼ਿਕ ਡਿਪਾਰਟਮੈਂਟ ਨੇ ਪੰਜਾਬੀ ਦਾ ਮਹਾਨ ਜਿਹੜਾ ਸਾਡਾ ਗਾਇਕ ਆ ਉਸਤਾਦ ਫਤਿਹ ਅਲੀ ਖਾਨ, ਨੁਸਰਤ ਫਤਿਹ ਅਲੀ ਖਾਨ, ਉਹਨਾਂ ਨੂੰ ਇਹਨਾਂ ਨੇ ਸੱਦਿਆ ਸੀ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ। ਇਹਨਾਂ ਨੇ ਕਦੇ ਯੂਨੀਵਰਸਿਟੀ, ਇੱਥੇ ਇੱਕੋ ਹੀ ਯੂਨੀਵਰਸਿਟੀ ਆ ਵੈਸੇ ਸਾਡੇ KPU, 25 ਯੂਨੀਵਰਸਿਟੀਜ਼ ਆ ਕੈਨੇਡਾ ਆਪਣੇ BC ਦੇ ਵਿੱਚ, ਤੇ 25 ਮਤਲਬ ਪਬਲਿਕ ਜਿਹੜੀਆਂ ਜਿਨ੍ਹਾਂ ਨੂੰ ਸਰਕਾਰ ਪੈਸੇ ਦਿੰਦੀ ਹੈ, ਉਹਨਾਂ ਦੇ ਵਿੱਚ ਜੇ ਤੁਸੀਂ ਘਟੀਆ ਤੋਂ ਘਟੀਆ ਚੀਜ਼ਾਂ ਦੇਖਣੀਆਂ, ਜਿੱਦਾਂ ਇੱਕੋ ਹੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਹਿਊਮਨ ਰਾਈਟਸ ਆਫਿਸ ਕੋਈ ਹੈ ਨਹੀਂ, ਉਹ ਹੈਗੀ KPU। ਕਿਉਂਕਿ ਪਹਿਲਾਂ ਵੀ ਪੰਜਾਬੀਆਂ ਦੀ ਰੈਪਰੈਜ਼ੈਂਟੇਸ਼ਨ ਹੁੰਦੀ ਸੀ, ਹੁਣ ਵੀ ਇੱਥੇ ਜੇ ਕੋਈ ਮਾਰਕੇ ਵਾਲੀ ਗੱਲ ਕੀਤੀ ਆ ਉਹ ਯੂਨੀਵਰਸਿਟੀ ਵਾਸ਼ਿੰਗਟਨ ਨੇ ਮਿਊਜ਼ਿਕ ਵਾਲਿਆਂ ਨੇ ਕੀਤੀ। ਮੈਂ ਉਹਨਾਂ ਦਾ ਕਨਸਰਟ ਐਕਚੁਅਲੀ ਸੁਣਨ ਗਿਆ ਉੱਥੇ UFT ਦੇ ਵਿੱਚ, ਇੱਥੇ ਯੂਨੀਵਰਸਿਟੀ UFW ਦੇ ਵਿੱਚ। ਸਾਰੇ ਦੇ ਸਾਰੇ ਮੇਰਾ ਖਿਆਲ 10 ਕੁ ਬੰਦੇ ਬੈਠੇ ਹੋਣੇ ਸੀ ਇੰਡੀਅਨ ਜਿਹੜੇ ਸੀ, ਬਾਕੀ ਦੇ ਸਾਰੇ ਯੂਰਪੀਅਨ ਬੈਠੇ ਸੀ। ਕਿਉਂਕਿ ਉਹ ਜਿਹੜਾ ਮਿਊਜ਼ਿਕ ਗਾਉਂਦੇ ਸੀ ਨਾ, ਉਹ ਰੂਹ ਨੂੰ ਟੱਚ ਕਰਦਾ ਸੀ। ਕਿਸੇ ਵੀ ਮੁਲਕ ਦੇ ਵਿੱਚ ਹੋਵੇ, ਚਾਹੇ ਸਵੀਡਨ ਤੋਂ ਹੋਵੇ, ਚਾਹੇ ਉਹ ਪਾਕਿਸਤਾਨ ਤੋਂ ਹੋਵੇ, ਚਾਹੇ ਇੰਡੀਆ ਤੋਂ ਆਵੇ, ਉਹ ਇੱਕ ਇੰਟਰਨੈਸ਼ਨਲ ਫਿਨੋਮੇਨਾ ਬਣੇ ਸੀ। ਤਾਂ ਉਹਨਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਪ੍ਰਮੋਟ ਕਰਨ ਵਾਲੇ ਯੂਨੀਵਰਸਿਟੀ ਵਾਸ਼ਿੰਗਟਨ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਲੈ ਕੇ ਆਏ। ਸੋ ਇਹੋ ਜਿਹੀਆਂ ਗੱਲਾਂ ਸਿਆਟਲ ਦੇ ਵਿੱਚ ਕਰਦੇ ਆ ਜਿਹੜੀਆਂ ਵੈਨਕੂਵਰ ਨਹੀਂ ਹੁੰਦੀਆਂ। ਜੀ ਬਿਲਕੁਲ। ਇੱਥੇ ਕੋਈ ਪ੍ਰਮੋਟਰ ਲੈ ਆਵੇ ਤਾਂ ਜੁਦੀ ਗੱਲ ਹੈ। ਜਿਨ੍ਹਾਂ ਨੇ ਸ਼ੋਅ ਕਰਾਉਣੇ ਆ ਉਹਦਾ ਕਰਕੇ ਤਾਂ ਆ ਗਏ ਹੋਣਗੇ, ਪਰ ਕਿਸੇ ਵੀ ਕੋਈ ਯੂਨੀਵਰਸਿਟੀ ਨੇ ਕਦੇ ਕਿਸੇ ਕਿਸਮ ਦਾ ਸਕਾਲਰ ਹਿੰਦੁਸਤਾਨ ਤੋਂ ਪੰਜਾਬ ਤੋਂ ਕਦੇ ਨਹੀਂ ਸੱਦਿਆ। ਇਹਨਾਂ ਨੇ ਉੱਥੇ ਯੂਨੀਵਰਸਿਟੀ ਵਾਸ਼ਿੰਗਟਨ ਦੇ ਵਿੱਚ ਆਉਂਦੇ ਰਹਿੰਦੇ ਸੀ। ਮੈਂ ਕਈ ਵਾਰੀ ਉਹਨਾਂ ਦੀ ਸੈਮੀਨਾਰ ਅਟੈਂਡ ਕਰਨ ਗਿਆ। ਤੇ ਜਿਹੜਾ ਸਿਆਟਲ ਆ, ਇਹ ਸੀਨ ਬਹੁਤ ਵਧੀਆ। ਗ੍ਰੈਜੂਏਟ ਸਟੂਡੈਂਟਸ ਲਈ ਉਹਨਾਂ ਨੇ ਖਾਸ ਤੌਰ ਤੇ, ਗ੍ਰੈਜੂਏਟ ਸਟੂਡੈਂਟਸ ਹੁੰਦੇ ਆ ਜਿਹੜੇ MA ਕਰਦੇ ਆ, PhD ਕਰਦੇ ਆ, ਇਹ ਉਹਨਾਂ ਦਾ ਸਰਵੇ। ਉਹ ਕਹਿੰਦੇ ਕਿ ਇਹ ਜਿਹੜੀ ਸਿਟੀ ਆ ਉੱਥੇ ਅਸੀਂ ਜਾਣਾ ਚਾਹੁੰਦੇ ਹਾਂ। ਨਿਊਯਾਰਕ ਵੀ ਆਇਆ ਵੈਸੇ ਉਹਨਾਂ ਦੀ ਸਰਵੇ ਦੇ ਵਿੱਚ, ਤੇ ਪਰ ਨਿਊਯਾਰਕ ਤੋਂ ਵੀ ਬਿਹਤਰ ਸਿਟੀ ਉਹਨਾਂ ਨੇ ਸਿਆਟਲ ਨੂੰ ਸਮਝਿਆ। ਜੀ, ਸਿਆਟਲ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਆ। ਸੋ ਅਸੀਂ ਕਹ ਲਓ ਖੁਸ਼ਕਿਸਮਤ ਹੈ ਜਿਹੜੇ ਸਿਆਟਲ ਦੇ ਲਾਗੇ ਰਹਿੰਦੇ। ਜੀ ਬਿਲਕੁਲ। ਤੇ ਹੁਣ ਰੁਕ ਕਰਦੇ ਅਗਲੀ ਖਬਰ ਵੱਲ। ਆਈਸਿਸ ਨੇ ਆਪਣੇ ਨਵੇਂ ਲੀਡਰ ਦੇ ਨਾਂ ਦੀ ਘੋਸ਼ਣਾ ਕੀਤੀ ਹੈ। ਜਿਹੜਾ ਇਹਨੂੰ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਪਹਿਲਾਂ ਕਹਿੰਦੇ ਹੁੰਦੇ ਸੀ, ਲਵਾਂਟ।
ਇਹ ਏਰੀਏ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਲਵਾਂਟ ਦਾ ਏਰੀਆ ਕਿਹਾ ਜਾਂਦਾ ਸੀ। ਇਹਦੀ ਸ਼ੁਰੂਆਤ ਕਿੱਥੋਂ ਹੋਈ ਹੈ? ਇਹਦੇ ਵਿੱਚ ਦੋ ਰਾਵਾਂ ਆ। ਸਭ ਤੋਂ ਪਹਿਲਾਂ ਜਦੋਂ ਇਰਾਕ ਦੇ ਵਿੱਚ ਇਹ ਗਏ ਆ, ਅਮਰੀਕਨ ਫੌਜੀ ਇਹਨਾਂ ਨੇ ਰਾਜਪਾਟਾ ਕੀਤਾ, ਉੱਥੇ ਸਦਾਮ ਹੁਸੈਨ ਨੂੰ ਲਾਤਾ। ਉੱਥੇ ਇੱਕ ਜੇਲ੍ਹ ਬਣਾਈ ਇਹਨਾਂ ਨੇ ਸਾਊਦਰਨ ਇਰਾਕ ਦੇ ਵਿੱਚ, ਜਿੱਥੇ ਜਿਨ੍ਹਾਂ ਨੂੰ ਜਿਹਨੇ ਵੀ ਕੋਈ ਵੱਡਾ ਕ੍ਰਾਈਮ ਕੀਤਾ ਜਾਂ ਜਿਨ੍ਹਾਂ ਨੂੰ ਇਸਲਾਮਿਕ ਫੰਡਾਮੈਂਟਲਿਸਟ ਕਹਿੰਦੇ ਸੀ, ਉਹ ਸਾਰੇ ਇਕੱਠੇ ਕਰ ਦਿੱਤੇ। ਹੁਣ ਇੱਕ ਥਿਊਰੀ ਤਾਂ ਇਹ ਆ ਕਿ ਉੱਥੇ ਜਿਹੜੇ ਬੰਦੇ ਇਕੱਠੇ ਕਰ ਦਿੱਤੇ, ਜਿਵੇਂ ਅਸੀਂ ਗੱਲ ਕਰਦੇ ਹੁੰਦੇ ਕਿ ਜੇ ਇੱਕ ਬੰਦਾ ਇਕੱਲਾ ਹੀ ਡਰੱਗ ਵੇਚਦਾ ਆ, ਉਹਦੀ ਤਾਂ ਨੌਲੇਜ ਘੱਟ ਹੋਣੀ। ਜੇ ਉਹਨੂੰ ਜੇਲ੍ਹ 'ਚ ਭੇਜ ਦਿਓਗੇ ਤਾਂ ਉਹ ਦੁਨੀਆ ਭਰ ਦੇ ਜਿਹੜੇ ਡਰੱਗ ਡੀਲਰਸ ਆ ਉਹਨਾਂ ਨੂੰ ਮਿਲ ਕੇ ਆਉਂਦਾ। ਫਿਰ ਬਾਅਦ ਦੇ ਵਿੱਚ ਉਹਦੀ ਲਿਸਟ ਜਿਹੜੀ ਕੰਟੈਕਟਸ ਦੀ ਲੰਬੀ ਹੋ ਜਾਂਦੀ ਹੈ ਜੀ। ਇਸੇ ਤਰ੍ਹਾਂ ਇੱਕ ਥਿਊਰੀ ਦੇ ਹਿਸਾਬ ਦੇ ਨਾਲ ਅਲ ਬਗਦਾਦੀ ਜਿਹੜੇ ਪਹਿਲੇ, ਇਹ ਕਈ ਅਖਬਾਰਾਂ ਉਹਨਾਂ ਨੂੰ ਖਲੀਫਾ ਲਿਖਦੀਆਂ ਵੈਸੇ, ਕਿ ਪਹਿਲਾ ਜਿਹੜੇ ਖਲੀਫਾ ਸੀਗੇ ਆਈਸਿਸ ਦੇ, ਉਹ ਅਲ ਬਗਦਾਦੀ ਉਸ ਜੇਲ੍ਹ ਦੇ ਵਿੱਚ ਸੀ, ਔਰ ਉਹਨਾਂ ਦੇ ਕੰਟੈਕਟ ਦੇ ਵਿੱਚ ਉਹ ਲੋਕ ਆਏ ਜਿਹੜੇ ਉਹਨਾਂ ਦੇ ਵਿਚਾਰਧਾਰਾ ਦੇ ਨਾਲ ਸਹਿਮਤ ਸੀ। ਦੂਸਰੀ ਥਿਊਰੀ ਇਹ ਆ ਕਿ ਅਮਰੀਕਾ ਵਾਲਿਆਂ ਨੇ ਉੱਥੇ ਬੰਦੇ ਜਿਹੜੇ ਇਕੱਠੇ ਕੀਤੇ ਸੀ, ਇਨਕਲੂਡਿੰਗ ਅਲ ਬਗਦਾਦੀ, ਇਹਨਾਂ ਦੇ ਇੰਟੈਲੀਜੈਂਸ ਏਜੰਸੀਜ਼ ਨੇ ਇਹਨਾਂ ਨੂੰ ਆਪਣੇ ਏਜੰਟ ਬਣਾਇਆ। ਇੰਟੈਲੀਜੈਂਸ ਏਜੰਸੀਜ਼ ਇਹਨਾਂ ਤੋਂ ਕੰਮ ਕਰਾਉਂਦੀਆਂ ਹੁੰਦੀਆਂ ਸੀ। ਆਈਸਿਸ ਨੇ ਜੇ ਬੰਦੇ ਮਾਰੇ ਆ ਸਭ ਤੋਂ ਵੱਧ ਤਾਂ ਮੁਸਲਮਾਨ ਮਾਰੇ ਅੱਜ ਤਾਈਂ। ਹੁਣ ਪਿੱਛੇ ਜਿਹਾ ਇੱਕ ਪਸ਼ਾਵਰ ਦੇ ਲਾਗੇ ਮੌਸਕ ਤੇ ਇਹਨਾਂ ਨੇ ਬੰਬ ਮਾਰਿਆ, ਕੋਈ 65 ਬੰਦੇ ਮਰੇ ਉੱਥੇ ਜੀ, ਆਈਸਿਸ ਨੇ ਮਾਰਿਆ ਉੱਥੇ। ਇਹਨਾਂ ਦੇ ਨਾਲ ਇੱਕ ਵਾਰੀ ਕਿਸੇ ਇਸਲਾਮਿਕ ਹੋਰ ਆਰਗੇਨਾਈਜੇਸ਼ਨ ਦੀ ਗੱਲਬਾਤ ਹੋਈ, ਉਹ ਵੀ ਸੁੰਨੀ ਇਸਲਾਮਿਕ ਆਰਗੇਨਾਈਜੇਸ਼ਨ ਸੀ। ਇਹਨਾਂ ਨੇ ਅਲ ਬਗਦਾਦੀ ਉਹਨਾਂ ਨੂੰ ਕਹਿੰਦੇ ਸੀ ਕਿ ਜਿੰਨੀਆਂ ਵੀ ਅਸੀਂ ਇਸਲਾਮਿਕ ਆਰਗੇਨਾਈਜੇਸ਼ਨਸ ਆ, ਜਿਨ੍ਹਾਂ ਨੂੰ ਅਮਰੀਕਾ ਵਾਲੇ ਟੈਰਰਿਸਟ ਕਹਿੰਦੇ ਆ, ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਉਹ ਕਹਿੰਦੇ ਵੀ ਅਸੀਂ ਇਕੱਠੇ ਤਾਂ ਤੁਹਾਡੇ ਨਾਲ ਹੋ ਜਾਈਏ, ਪਰ ਜਿਹੜੇ ਤੁਸੀਂ ਆ ਸ਼ੀਆ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ ਨਾ, ਖਾਸ ਤੌਰ ਤੇ ਕਰਦੇ ਤਾਂ ਸੁੰਨੀਆਂ ਨੂੰ ਵੀ ਸੀ, ਸੁੰਨੀ ਮੁਸਲਮਾਨ ਵੀ ਬਹੁਤ ਮਾਰੇ ਉਹਨਾਂ ਨੇ, ਪਰ ਸ਼ੀਆ ਮੁਸਲਮਾਨਾਂ ਨੂੰ ਉਹਨਾਂ ਨੇ ਕਿਹਾ ਕਿ ਇਹ ਮੁਸਲਮਾਨ ਨਹੀਂ ਹੈ। ਹਰ ਧਰਮ ਦੇ ਵਿੱਚ ਹਰੇਕ ਹੀ ਬੰਦਾ ਸਮਝਦਾ ਕਿ ਮੇਰੇ ਤੋਂ ਸ਼ੁੱਧ ਬੰਦਾ ਕੋਈ ਨਹੀਂ ਹੈ ਜੀ, ਬਾਕੀ ਦੇ ਤਾਂ ਐਵੇਂ ਹੀ ਆ। ਜਿੱਦਾਂ ਰੱਬ ਨੇ ਕਿਤੇ ਲਾਇਸੈਂਸ ਦਿੱਤਾ ਹੁੰਦਾ ਨਾ ਕਿਸੇ ਨੂੰ, ਵੀ ਜਾ ਤੂੰ ਇੰਨੇ ਬੰਦੇ ਮਾਰ ਕੇ ਆ, ਤੂੰ ਹੀ ਬੰਦਾ ਠੀਕ ਆ। ਕਦੇ ਕਿਸੇ ਨੇ ਦਿਖਾ ਲਿਆ ਨਹੀਂ ਹੋਣਾ ਵੀ ਇੰਸ਼ੋਰੈਂਸ ਏਜੰਟ ਰੱਬ ਦਾ ਮੈਂ ਹੀ ਆ। ਅਲ ਬਗਦਾਦੀ ਉਹਨਾਂ ਨੂੰ ਕਹਿ ਰਿਹਾ ਦੂਸਰੀ ਨੂੰ ਆਰਗੇਨਾਈਜੇਸ਼ਨ ਨੂੰ ਕਿ ਸ਼ੀਆ ਨੂੰ ਤਾਂ ਮਾਰਨਾ ਹੀ ਮਾਰਨਾ ਹੈ। ਉਹ ਆਰਗੇਨਾਈਜੇਸ਼ਨ ਦਾ ਚੀਫ ਕਹਿੰਦਾ ਕਿ ਦੇਖ, ਜੇ ਲੜਾਈ ਲੜਦੇ ਆ ਅਸੀਂ ਅਮਰੀਕਾ ਦੇ ਖਿਲਾਫ ਜਾਂ ਵੈਸਟਰਨ ਯੂਰਪ ਦੇ ਖਿਲਾਫ, ਕ੍ਰਿਸਚੀਅਨਿਟੀ ਦੇ ਖਿਲਾਫ, ਤੇ ਫਿਰ ਸਾਨੂੰ ਸਾਰੇ ਮੁਸਲਮਾਨਾਂ ਨੂੰ ਇੱਕ ਕਰਨਾ ਚਾਹੀਦਾ। ਜੇ ਸ਼ੀਆ ਨਾਲ ਅਸੀਂ ਨਹੀਂ ਸਹਿਮਤ, ਉਹਨਾਂ ਨੂੰ ਕਹਿ ਦਿੰਦੇ ਕਿ ਮੈਂਡ ਯੂਰ ਵੇਜ਼, ਉਹ ਬਾਅਦ ਦੀ ਗੱਲ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਪਰ ਇਸ ਵੇਲੇ ਉਹਨਾਂ ਨੂੰ ਟਾਰਗੇਟ ਕਰਨਾ ਤਾਂ ਇਹਦਾ ਮਤਲਬ ਘਰ ਦੇ ਵਿੱਚ ਭਰਾ ਮਾਰੂ ਜਿਹੜੀ ਲੜਾਈ ਕਰਦੇ ਆ ਅਸੀਂ, ਉਹ ਆ। ਤਾਂ ਦੂਸਰੀ ਗੱਲ ਇਹ ਸਾਬਤ ਹੋ ਗਈ ਕਿ ਜਦੋਂ ਅਲ ਬਗਦਾਦੀ ਮਰ ਗਿਆ, ਹਰ ਇੱਕ ਆਰਗੇਨਾਈਜੇਸ਼ਨ ਦਾ ਨਾਲ ਇਹ ਹੀ ਹੁੰਦਾ ਹੈ ਕਿ ਜਦੋਂ ਵੀ ਕੋਈ ਲੀਡਰਸ਼ਿਪ, ਜਿਹੜੀ ਪਹਿਲੀ ਲੀਡਰਸ਼ਿਪ ਹੁੰਦੀ ਹੈ, ਜਿਹੜੀ ਇੱਕ ਜਥੇਬੰਦੀ ਬਣਾਉਂਦਾ, ਉਹ ਜਦੋਂ ਖਤਮ ਹੋ ਜਾਂਦੀ ਤਾਂ ਉਹ ਜਥੇਬੰਦੀ ਦਾ ਅਸਰ ਜਿਹੜਾ ਖਤਮ ਹੋ ਜਾਂਦਾ। ਹੁਣ ਇਹ ਤਾਲਿਬਾਨ ਦੇ ਨਾਲ ਲੜਨ ਲੱਗੇ ਉੱਥੇ ਅਫਗਾਨਿਸਤਾਨ ਦੇ ਵਿੱਚ। ਤਾਲਿਬਾਨ ਵਾਲੇ ਵੀ ਸੁੰਨੀ ਮੁਸਲਮਾਨ ਹੈ, ਆਈਸਿਸ ਵਾਲੇ ਵੀ ਸੁੰਨੀ ਮੁਸਲਮਾਨ ਹੈ। ਇਹ ਉਹ ਕਹਿ ਰਿਹਾ ਕਿ ਜਿਹੜਾ ਸਾਡਾ ਵਿਜ਼ਨ ਹੈ ਇਸਲਾਮਿਕ ਸਟੇਟ ਦਾ, ਉਹ ਤੁਹਾਡਾ ਨਹੀਂ ਹੈ। ਵਿਜ਼ਨ ਤਾਂ ਵਿਜ਼ਨ ਹੀ ਹੈ, ਉਹਨਾਂ ਦਾ ਹੋਰ ਹੈ, ਇਹਨਾਂ ਦਾ ਹੋਰ ਹੈ, ਪਰ ਉਹਨਾਂ ਨੂੰ ਟਾਰਗੇਟ ਕਰਦੇ ਆ ਉੱਥੋਂ। ਤੇ ਜਿਹੜਾ ਹੁਣ ਲੀਡਰ ਚੁਣਿਆ, ਜਿਹਨੂੰ ਇਹ ਖਲੀਫਾ ਕਹਿੰਦੇ ਆ, ਉਹ ਤੀਸਰਾ ਆ। ਦੋ ਇਹਨਾਂ ਦੇ ਲੀਡਰ ਖਤਮ ਕਰ ਚੁੱਕੇ ਆ ਇੰਟੈਲੀਜੈਂਸ ਏਜੰਸੀਜ਼, ਤੇ ਤੀਸਰਾ ਬੰਦਾ ਹੁਣ ਚੁਣਿਆ ਹੈ। ਪਰ ਇਹਨਾਂ ਦਾ ਉਹ ਅਸਰ ਨਹੀਂ ਜਿਹੜਾ ਅਲ ਬਗਦਾਦੀ ਦੇ ਅੰਡਰ ਹੁੰਦਾ ਸੀ, ਪਹਿਲੇ ਖਲੀਫੇ ਦੇ ਅੰਡਰ ਹੁੰਦਾ ਸੀ।
ਜੀ ਡਾਕਟਰ ਸਾਹਿਬ ਟਾਈਮ ਹੋ ਚੁੱਕਿਆ ਹੈ ਅੱਜ ਦੇ ਵਿਚਾਰ ਦਾ ਵਿਚਾਰ ਦੱਸੋ ਜੀ ਆਪਣੇ ਸਰੋਤਿਆਂ ਨੂੰ। ਅੱਜ ਦਾ ਵਿਚਾਰ ਹੈ ਜੀ, ਸਾਰੀਆਂ ਬੇਇਲਾਜ ਬਿਮਾਰੀਆਂ ਦਾ ਇਲਾਜ ਮੌਤ ਦੇ ਡਾਕਟਰ ਕੋਲ ਹੁੰਦਾ। ਬਿਲਕੁਲ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਕਾਲ ਕਰਕੇ ਦੱਸਣਾ ਜ਼ਰੂਰ। 6045929191 ਹੈ ਜੀ ਸਾਡਾ ਫੋਨ ਨੰਬਰ ਤੇ ਜਾਂ ਫਿਰ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਵੀ ਭੇਜ ਸਕਦੇ ਹੋ। ਫੇਸਬੁੱਕ ਸਾਡਾ ਪੇਜ ਹੈ ਰੇਡੀਓ ਇੰਡੀਆ ਦੇ ਨਾਂ ਹੇਠ, ਟਵਿੱਟਰ ਅਕਾਊਂਟ ਹੈ @radioindia1110 ਤੇ ਇੰਸਟਾਗ੍ਰਾਮ ਹੈ radioindia1110। ਤੁਸੀਂ ਸਾਨੂੰ ਈਮੇਲ ਵੀ ਭੇਜ ਸਕਦੇ ਹੋ info@radioindia.ca ਤੇ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।